दरबार सच्चा तू तखत, सिरशाह पातशाह हो चल चौर छत। पौड़ी वड़े वड़ा पार तेरा मर्तबा, रंग रंग नेक न जप करतबा। जिया अंदर जियो सब जान ला, सब तेरा बस तेरा कल्पना। तेरे घर नंदाई खुद घर, मत तेज अपने आप जर। सर्व करा भरपूर दिशा जत कता, नानक दास न दास आगे बिनवता। तेरा जी तेरा नाम सत है श्री वाहे। पौड़ी वड्डी वड्डा पार तेरा मर्तबा, रंग परंग नेकल जापन करतबा। जिया अंदर जियो सब कुछ जान ला, सब कुछ तेरे वस तेरा कर भला। तेरे घर आनंद वधाए तुद घर, मान महता तेज अपना आप जर। सर्व कला भरपूर दिसै जद कदा, नानक दासन दास तुद आगे बिनवता। श्लोक पवन गुरु पाणी पिता, माता धरत महत। दिवस रात दोए दाई दाया, खेलै सगल जगत। चंगे आइया बुरे आइया वाचै, धर्म है दूर करमी आपो आपनी। के नेड़े के दूर जिनी नाम ते आया, गए मशक्कत काल। नानक ते मुख उजले, केती छुटी नाल। वाहिगुरु जी का खालसा, वाहिगुरु जी की फतेह। नवाज। गुरु नानक पाद पंकज बंदन, पाद पंकज बंदन। सिमरो अंगद दुख निकंद, गुर अमरदास। श्री गुरु रामदास, गुरु अर्जन बिघ्नन के नासक। बिघ्नन के नासक, हर गोबिंद शुभ मत। श्री हर राय जोरी, नमो कर जोरी। श्री हर
ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਕੈ ਸਬਨ ਸੋ ਉਚਰਿਓ ਬੋਰ ਸ਼ਲੋਕ ਮਨ ਵਿਕਾਰ ਤਿਨ ਪ੍ਰਗਟ ਕੀਏ ਸੁਨਤ ਬ੍ਰਿੰਦ ਤੈ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ ਐਸੇ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਸਾਹਿਬ ਨੌਵੇਂ ਗੁਰਦੇਵ ਵੈਰਾਗ ਤਿਆਗ ਅਨੁਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਨਤਮਸਤਕ ਹੋ ਕੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਨਨਕਾਣਾ ਸਾਹਿਬ ਜੀ ਤੋਂ ਚੱਲ ਕੇ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਕੁਰੂਕਸ਼ੇਤਰ ਆਏ ਹਨ, ਜਿੱਥੇ ਬੜਾ ਵੱਡਾ ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ। ਬੜੇ ਬੜੇ ਸੰਨਿਆਸੀ ਦਿਗੰਬਰ ਵੈਰਾਗੀ ਯੋਗੀ ਤੇ ਬ੍ਰਾਹਮਣ ਲੋਕ ਇੱਥੇ ਇਕੱਠੇ ਹੋਏ ਨੇ। ਇੱਥੇ ਹਾਂਸੀ ਦੇ ਰਾਜੇ ਦਾ ਇੱਕ ਲੜਕਾ ਆਪਣੀ ਮਾਂ ਰਾਣੀ ਸਮੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਇਆ ਹੈ। ਇੱਕ ਸ਼ਿਕਾਰ ਕਰਕੇ ਹਿਰਨ ਮਾਰ ਕੇ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤਾ ਹੈ। ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਸਾਡਾ ਰਾਜ ਭਾਗ ਖੁੱਸ ਗਿਆ ਹੈ, ਕਿਰਪਾ ਕਰੋ ਸਾਡਾ ਰਾਜ ਸਾਨੂੰ ਮਿਲ ਜੇ, ਐਸਾ ਵਰ ਦਿਓ। ਸਤਿਗੁਰੂ ਜੀ ਨੇ ਆਖਿਆ ਲੰਗਰ ਲਾਓ। ਕਹਿੰਦੇ ਜੀ ਸਾਡੇ ਕੋਲ ਪੈਸੇ ਨਹੀਂ ਹਨ। ਮਹਾਰਾਜ ਜੀ ਨੇ ਬਚਨ ਕੀਤਾ ਜੋ ਹਿਰਨ ਲੈ ਕੇ ਆਏ ਹੋ ਇਸੇ ਦਾ ਮਾਸ ਸਵਾਰ ਕੇ ਰਿੰਨ ਦਿਓ। ਗੁਰੂ ਸਾਹਿਬ ਦਾ ਬਚਨ ਮੰਨ ਕੇ ਇਹਨਾਂ ਨੇ ਇੱਕ ਦੇਗਾ ਲਿਆਂਦਾ, ਅਗਨੀ ਪ੍ਰਚੰਡ ਕਰਕੇ
ਹਿਰਨ ਦਾ ਉਹ ਮਾਸ ਸਵਾਰ ਕੇ ਉਸ ਦੇਗੇ ਵਿੱਚ ਰਿੰਨਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖ ਕੇ ਬ੍ਰਾਹਮਣ ਗੁੱਸੇ ਵਿੱਚ ਆਏ, ਡਾਂਗਾਂ ਸੋਟੇ ਤੇ ਸ਼ਸਤਰ ਲੈ ਕੇ ਸਤਿਗੁਰਾਂ ਕੋਲ ਮਾਰਨ ਵਾਸਤੇ ਪਹੁੰਚੇ। ਮਹਾਰਾਜ ਜੀ ਕਹਿੰਦੇ ਆ, ਮਾਰਨਾ ਹੈ ਅਸੀਂ ਰੋਕਦੇ ਨਹੀਂ, ਪਰ ਪਹਿਲਾਂ ਸਾਡੇ ਨਾਲ ਚਰਚਾ ਕਰੋ। ਤਾਂ ਉਸ ਵਕਤ ਇੱਕ ਨਾਨੂ ਨਾਮ ਦਾ ਪੰਡਤ, ਜਿਹਨੇ ਭਵਿੱਖਤ ਪੁਰਾਣ ਪੜ੍ਹਿਆ ਹੋਇਆ ਸੀ, ਜਿਸ ਵਿੱਚ ਲਿਖਿਆ ਸੀ ਕਿ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਵੇਗਾ। ਇਹ ਆਪਣੇ ਆਪ ਨੂੰ ਨਾਨਕ ਚੰਦ ਕਹਾਉਂਦਾ ਸੀ ਕਿ ਉਹ ਅਵਤਾਰ ਮੈਂ ਹੀ ਹਾਂ ਕਲਯੁਗ ਦਾ। ਨਾਨੂ ਪੰਡਤ ਨਾਮ ਕਰਕੇ ਇਹਦਾ ਨਾਮ ਸੰਸਾਰ ਵਿੱਚ ਪ੍ਰਸਿੱਧ ਹੈ। ਇਹ ਬ੍ਰਾਹਮਣਾਂ ਸਮੇਤ ਸਤਿਗੁਰਾਂ ਦੇ ਕੋਲ ਆ ਕੇ ਚਰਚਾ ਕਰਨ ਲੱਗਾ ਕਿ ਤੁਸੀਂ ਸੂਰਜ ਗ੍ਰਹਿਣ ਦੇ ਮੇਲੇ ਤੇ ਇਹ ਮਾਸ ਰਿੰਨਿਆ ਹੈ, ਯੋਗ ਨਹੀਂ ਹੈ। ਤੋ ਗੁਰੂ ਬਾਬਾ ਜੀ ਨੇ ਉਸ ਵਕਤ ਇਹਨਾਂ ਨੂੰ ਸਦ ਬੁੱਧੀ ਤੇ ਸਮੱਤ ਪ੍ਰਦਾਨ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਇਹ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਕੈ ਸਬਨ ਸੋ ਉਚਰਿਓ ਬੋਰ ਸ਼ਲੋਕ। ਇਹਨਾਂ ਪੰਡਤਾਂ ਨਾਲ ਗੱਲਬਾਤ ਕਰਦਿਆਂ, ਬ੍ਰਾਹਮਣਾਂ ਨਾਲ ਗੱਲਬਾਤ ਕਰਦਿਆਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮਲਾਰ ਦੀ ਵਾਰ ਵਿੱਚ ਪਾਵਨ ਪਵਿੱਤਰ ਸ਼ਲੋਕ ਆਪਣੇ ਮੁਖਾਰਬਿੰਦ ਚੋਂ ਉਚਾਰਨ ਕੀਤਾ ਹੈ। ਮਨ ਵਿਕਾਰ ਤਿਨ ਪ੍ਰਗਟ ਕੀਏ ਸੁਨਤ ਬ੍ਰਿੰਦ ਤੇ ਲੋਕ। ਆ ਜਿਹੜੇ ਕਰਮ ਕਾਂਡੀ ਲੋਕ ਇਕੱਠੇ ਹੋ ਕੇ ਸਤਿਗੁਰਾਂ ਤੇ ਤਰਕ ਕਰ ਰਹੇ ਸੀ, ਇਹਨਾਂ ਦੇ ਅੰਦਰ ਦੇ ਮਨ ਦੇ ਵਿਕਾਰ ਸਤਿਗੁਰੂ ਜੀ ਨੇ ਪ੍ਰਗਟ ਕੀਤੇ ਹਨ। ਜੋ ਇਹਨਾਂ ਦੇ ਮਨ 'ਚ ਵਿਕਾਰ ਹੈ ਉਹ ਸਤਿਗੁਰੂ ਜੀ ਨੇ ਪ੍ਰਗਟ ਕੀਤਾ ਹੈ। ਐਸਾ ਉੱਤਮ ਸ਼ਲੋਕ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਚੋਂ ਉਚਾਰਨ ਕੀਤਾ ਹੈ, ਜੋ ਸਾਰੇ ਲੋਕ ਉੱਥੇ ਬੈਠੇ ਹੋਏ ਸੁਣ ਰਹੇ ਹਨ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ। ਮਹਾਰਾਜ ਜੀ ਕਹਿੰਦੇ ਉਹ ਮਾਸ ਦਾ ਵਿਰੋਧ ਕਰਨ ਵਾਲਿਓ, ਮਾਸ ਦਾ ਖੰਡਨ ਕਰਨ ਵਾਲਿਓ, ਕਿ ਇੱਥੇ ਤੁਸੀਂ ਇਸ ਮਾਸ ਦਾ ਖੰਡਨ ਕਰ ਰਹੇ ਹੋ, ਤੁਸੀਂ ਕੌਣ ਹੋ? ਮਾਸ ਦੇ ਵਿੱਚੋਂ ਹੀ ਨਿੰਮੇ ਪੈਦਾ ਹੋਏ ਹੋ। ਨਿੰਮਿਆਂ ਦਾ ਮਤਲਬ ਹੁੰਦਾ ਪੈਦਾ ਹੋਣਾ। ਮਾਂ ਤੇ ਪਿਓ ਜਿਹੜੇ ਨੇ ਉਹ ਮਾਸ ਦੇ ਹੀ ਨੇ ਨਾ, ਮਾਸ ਦਾ ਹੀ ਬਣਿਆ ਉਹਨਾਂ ਦਾ ਤਨ, ਹੱਡ ਚੰਮ ਦਾ, ਮਾਸ ਦਾ। ਮਾਸ ਵਿੱਚੋਂ ਨਿੰਮੇ ਹੋ, ਨਿੰਮੇ ਦਾ ਮਤਲਬ ਹੁੰਦਾ ਪੈਦਾ ਹੋਏ ਹੋ, ਤੇ ਮਾਸ ਵਿੱਚੋਂ ਨਿੰਮ ਕੇ ਪੈਦਾ ਹੋ ਕੇ ਫਿਰ ਮਾਸ ਦੇ ਵਿੱਚ ਹੀ ਤੁਹਾਡਾ ਵਾਸਾ। ਮਾਂ ਦਾ ਜਿਹੜਾ ਉਦਰ ਹੈ, ਪੇਟ ਹੈ, ਪਿਓ ਦੇ ਮਾਸ ਤੋਂ ਪੈਦਾ ਹੋਏ ਤੇ ਮਾਤਾ ਦੇ ਉਦਰ ਰੂਪੀ ਮਾਸ ਦੇ ਵਿੱਚ ਫਿਰ ਤੁਸੀਂ ਵਸੇ, ਉਹਦੇ ਵਿੱਚ ਫਿਰ ਤੁਹਾਡਾ ਨਿਵਾਸ ਹੋਇਆ। ਜੀ ਉਪਾਏ ਮਾਸ ਮੋ ਮਿਲਿਆ ਹੱਡ ਚੰਮ ਤਨ ਮਾਸ। ਜਦੋਂ ਇਹ ਜੀਵ ਪੈਦਾ ਕੀਤਾ, ਯਾਨੀ ਕਿ ਜਦੋਂ ਤੁਸੀਂ ਪੈਦਾ ਹੋਏ, ਉਸ ਵੇਲੇ ਜਿਹੜਾ ਆ ਮੂੰਹ ਮਿਲਿਆ ਇਹ ਵੀ ਮਾਸ ਦਾ ਮਿਲਿਆ। ਇਹਦੇ 'ਚ ਜਿਹੜੀ ਜੀਭ ਹੈ ਇਹ ਵੀ ਮਾਸ ਦੀ ਹੈ, ਆ ਜਿਹੜਾ ਮੂੰਹ ਹੈ ਇਹ ਵੀ ਮਾਸ ਦਾ ਹੈ। ਇਹ ਸਾਰਾ ਸਰੀਰ ਹੱਡ ਚੰਮ ਤਨ ਮਾਸ, ਹੱਡ ਚਮੜੇ ਤੇ ਤਨ ਜਿੰਨਾ ਵੀ ਇਹ ਮਾਸ ਦਾ ਬਣਿਆ ਹੋਇਆ ਹੈ। ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ। ਮਾਤਾ ਦੇ ਉਦਰ ਚੋਂ ਜੰਮਿਆ, ਯਾਨੀ ਕਿ ਮਾਸ ਵਿੱਚੋਂ ਪੈਦਾ ਹੋਇਆ। ਜਦੋਂ ਮਾਸ ਚੋਂ ਪੈਦਾ ਹੋਇਆ ਤੇ ਮੂੰਹ ਦੇ ਵਿੱਚ ਜਿਹੜਾ ਮਾਂ ਦਾ ਅਸਥਣ ਸੀ ਦੁੱਧ ਪੀਣ ਵਾਸਤੇ ਬੱਚੇ ਦੇ, ਉਹ ਵੀ ਮਾਸ ਹੀ ਸੀ ਜਿਹੜਾ ਆਪਣੇ ਮੂੰਹ ਵਿੱਚ ਪਾਇਆ। ਮਾਸ ਚੋਂ ਪੈਦਾ ਹੋਇਆ ਤੇ ਮਾਸ ਹੀ ਆਪਣੇ ਮੂੰਹ ਦੇ ਵਿੱਚ ਪਾਇਆ। ਮੋ ਮਾਸੇ ਕਾ ਜੀਬ ਮਾਸੇ ਕੀ। ਮਹਾਰਾਜ ਜੀ ਕਹਿੰਦੇ ਆ ਜਿਹੜਾ ਮੂੰਹ ਹੈ ਜਿਹਦੇ ਨਾਲ ਬੋਲਦੇ ਪਏ ਹੋ, ਇਹ ਵੀ ਮਾਸ ਦਾ ਹੈ। ਇਹਦੇ ਵਿੱਚ ਜਿਹੜੀ ਜ਼ੁਬਾਨ ਹੈ ਤੁਹਾਡੀ ਜੀਭ,
ਇਹ ਵੀ ਮਾਸ ਦੀ ਬਣੀ ਹੈ ਕਿ ਕਿਸੇ ਹੋਰ ਪਦਾਰਥ ਦੀ ਬਣੀ ਹੈ? ਮਾਸ ਦੀ ਬਣੀ ਹੈ ਨਾ। ਮਹਾਰਾਜ ਜੀ ਕਹਿੰਦੇ ਤੁਹਾਡਾ ਇਹ ਮੂੰਹ ਮਾਸ ਦਾ ਹੈ, ਤੁਹਾਡੀ ਇਹ ਜੀਭ ਵੀ ਮਾਸ ਦੀ ਹੈ। ਮਾਸੇ ਅੰਦਰ ਸਾਸ, ਆ ਜਿਹੜਾ ਸਰੀਰ ਹੈ ਮਾਸ ਦਾ ਹੈ, ਤੇ ਇਸ ਮਾਸ ਦੇ ਸਰੀਰ 'ਚ ਹੀ ਸਾਹ ਚੱਲ ਰਹੇ ਨੇ। ਫੇਫੜਿਆਂ 'ਚ ਸਾਹ ਭਰਦਾ ਤੇ ਨਿਕਲਦਾ ਹੈ। ਇਹ ਸਾਸ ਜਿੰਨੇ ਵੀ ਚੱਲ ਰਹੇ ਨੇ ਮਾਸ ਦੇ ਵਿੱਚ ਚੱਲ ਰਹੇ ਹਨ। ਵੱਡਾ ਹੋਆ ਵਿਆਹਿਆ ਘਰ ਲੈ ਆਇਆ ਮਾਸ। ਕਹਿੰਦੇ ਜਦੋਂ ਵੱਡਾ ਹੋਇਆ, ਜਵਾਨ ਹੋਇਆ, ਵਿਆਹੁਣ ਲਾਇਕ ਹੋਇਆ, ਤੇ ਵਿਆਹੁਣ ਲਾਇਕ ਹੋਇਆ ਤੇ ਘਰ ਜਿਹੜੀ ਇਸਤਰੀ ਸੀ, ਜਨਾਨੀ ਸੀ, ਉਹ ਵੀ ਮਾਸ ਦੀ ਲਿਆਂਦੀ। ਉਹ ਕਿਹੜਾ ਕਿਸੇ ਹੋਰ ਧਾਤ ਦੀ ਜਾਂ ਕਿਸੇ ਹੋਰ ਪਦਾਰਥ ਦੀ ਬਣੀ ਸੀ। ਮਹਾਰਾਜ ਜੀ ਕਹਿਣ ਲੱਗੇ ਕਿ ਫਿਰ ਘਰ ਦੇ ਵਿੱਚ ਹੀ ਮਾਸ ਦੀ ਔਰਤ ਜਿਹੜੀ ਹੈ ਉਹ ਵਿਆਹ ਕੇ ਲਿਆਂਦੀ। ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਕ। ਮਾਸ ਤੋਂ ਹੀ ਸਾਰਾ ਕੁਝ ਉਪਜਦਾ ਹੈ, ਮਾਸ ਤੋਂ ਹੀ ਸਭ ਕੁਝ ਪੈਦਾ ਹੋ ਰਿਹਾ ਹੈ। ਜਿੰਨੇ ਸਾਕ ਨੇ, ਚਾਚੇ ਤਾਏ, ਮਾਮੇ ਮਾਸੀਆਂ, ਫੁੱਫੀਆਂ, ਮਾਮੇ ਮਾਸੀ ਮਾਸੀਆਂ, ਨਾਨੇ ਜੰਜਾਲਾ, ਇਹ ਜਿੰਨੇ ਵੀ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਮਾਸ ਦੇ ਹੀ ਨੇ। ਇਹ ਸਾਰੇ ਸਾਕ ਸੰਬੰਧੀ, ਰਿਸ਼ਤੇਦਾਰ, ਮਿੱਤਰ, ਇਹ ਸਭ ਮਾਸ ਦੇ ਹੀ ਬਣੇ ਹੋਏ ਨੇ, ਮਾਸ ਚੋਂ ਹੀ ਪੈਦਾ ਹੋਏ ਨੇ। ਸਤਿਗੁਰ ਮਿਲਿਆ ਹੁਕਮ ਬੁੱਝੀਐ ਤਾਂ ਕਿ ਆਵੈ ਰਾਸ। ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲਦੇ ਨੇ ਉਹ ਇਸ ਹੁਕਮ ਨੂੰ ਬੁੱਝਦਾ, ਉਹ ਪਰਮੇਸ਼ਰ ਦੇ ਹੁਕਮ ਦੀ ਸਾਰ ਨੂੰ ਜਾਣਦਾ ਹੈ। ਔਰ ਤਾਂ ਕੋ ਆਵੈ ਰਾਸ, ਉਸੇ ਨੂੰ ਇਹ ਸਭ ਕੁਝ ਰਾਸ ਆਉਂਦਾ ਹੈ, ਭਾਵ ਸਿੱਧ ਹੁੰਦਾ ਹੈ। ਉਸੇ ਦਾ ਜੀਵਨ ਸਕਾਰਥਾ ਤੇ ਸਫਲ ਹੁੰਦਾ ਹੈ ਜਿਹਨੂੰ ਸਤਿਗੁਰੂ ਜੀ ਮਿਲ ਜਾਣ। ਜਿਹਨੂੰ ਗੁਰੂ ਮਿਲੇ ਉਹਦਾ ਜੀਵਨ ਸਫਲ ਹੈ, ਜਿਹਨੂੰ ਸਤਿਗੁਰੂ ਜੀ ਮਿਲਣ ਉਹਦੀ ਜ਼ਿੰਦਗੀ ਸਫਲ ਹੈ। ਆਪ ਛੁੱਟੇ ਨੈ ਛੁੱਟੀਐ ਨਾਨਕ ਬਚਨ ਬਿਨਾਸ। ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਆਪ ਬੰਦਾ ਛੁੱਟਣਾ ਚਾਹੇ ਨਾ ਵੀ ਮੈਂ ਛੁੱਟ ਜਾਗਾ, ਤੇ ਆਪਣੇ ਆਪ ਛੁੱਟਿਆ ਇਹ ਛੁੱਟ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੇ ਬੋਲੇ ਹੋਏ ਜਿੰਨੇ ਬੋਲ ਨੇ ਸਭ ਵਿਨਾਸ਼ ਨੇ, ਬਿਨਸਣ ਵਾਲੇ ਨੇ। ਯਾਨੀ ਕਿ ਇਹਦੀਆਂ ਗੱਲਾਂ ਜਿਹੜੀਆਂ ਨੇ ਉਹ ਹਵਾ ਦੇ ਵਿੱਚ ਛੱਡੇ ਹੋਏ ਤੀਰ ਨੇ, ਜਿਹੜੇ ਕਿਸੇ ਕੰਮ ਦੇ ਨਹੀਂ। ਇਹਦੇ ਬੋਲੇ ਹੋਏ ਬੋਲ ਵਿਨਾਸ਼ ਹਨ, ਬਿਨਸਣੇ ਵਾਲੇ ਹਨ। ਦੋਹਰਾ ਜਨਮਾਦਿਕ ਤੇ ਅਪਰਜੋ ਮਾਸੋਂ ਸਭੇ ਹੋਏ। ਧੰਨ ਗੁਰੂ ਨਾਨਕ ਸਾਹਿਬ ਜੀ ਨਾ ਪੰਡਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਆ, ਪੰਡਿਓ ਸੁਣੋ, ਇਹ ਜਨਮ ਆਦਿਕ ਜਿਤਨੇ ਵੀ ਜਨਮ ਹੋਏ ਨੇ ਸਰੀਰਾਂ ਦੇ, ਚਾਹੇ ਉਹ ਤੁਹਾਡੇ ਨੇ ਕਿਸੇ ਦੇ ਵੀ ਨੇ, ਇਹ ਸਾਰੇ ਮਾਸ ਤੋਂ ਪੈਦਾ ਹੋਏ ਨੇ। ਇਹਨਾਂ ਸਾਰਿਆਂ ਦੀ ਉਤਪਤੀ ਮਾਸ ਤੋਂ ਹੋਈ ਹੈ। ਬਿਨਾ ਮਾਸ ਨੈ ਹੈ ਕਛੂ ਹੋਏ ਤਾਂ ਉਚਰੋ ਕੋਏ। ਮਹਾਰਾਜ ਜੀ ਕਹਿੰਦੇ ਦੱਸੋ ਤੁਹਾਡੇ ਚੋਂ ਮਾਸ ਤੋਂ ਬਿਨਾ ਹੈ ਕੋਈ ਜਿਹੜਾ ਮਾਸ ਦਾ ਨਾ ਬਣਿਆ ਹੋਵੇ? ਤੁਸੀਂ ਇਸ ਹਿਰਨ ਦੇ ਮਾਸ ਤੇ ਆ ਕੇ ਕਿੰਤੂ ਕਰ ਰਹੇ ਹੋ ਕਿ ਜੀ ਤੁਸੀਂ ਇਹ ਮਾਸ ਰਿੰਨ ਰਹੇ ਹੋ, ਇਹ ਚੰਗੀ ਗੱਲ ਨਹੀਂ। ਮਹਾਰਾਜ ਜੀ ਕਹਿੰਦੇ ਦੱਸੋ ਵੀ ਤੁਹਾਡੇ ਚੋਂ ਮਾਸ ਤੋਂ ਬਿਨਾ ਕਿਹੜਾ ਹੈ? ਕਿਹੜਾ ਹੈ ਤੁਹਾਡੇ ਚੋਂ ਜਿਹੜਾ ਮਾਸ ਦਾ ਨਾ ਬਣਿਆ ਹੋਵੇ? ਗਹਿ ਵਿਰਾਗ ਜੇ ਉਰ ਵਿਖੇ ਸਤਿਗੁਰ ਕੇ ਟਿਕ ਜਾਏ। ਜਿਹੜਾ ਆਪਣੇ ਮਨ 'ਚ ਵਿਰਾਗ ਧਾਰਨ ਕਰਕੇ ਨਿਰਚਾਵਾਨ ਹੋ ਕੇ ਗੁਰੂ ਦੇ ਕੋਲ ਚਲਾ ਜਾਂਦਾ, ਜਿਹੜਾ ਸਤਿਗੁਰਾਂ ਦੀ ਸ਼ਰਨ 'ਚ ਆ ਜਾਏ ਔਰ ਆਪਣੇ ਮਨ ਵਿੱਚ ਵਿਰਾਗ ਦੀ ਬਿਰਤੀ ਨੂੰ ਧਾਰਨ ਕਰ ਲਵੇ, ਤਾਂ ਕੋ ਦੇ ਉਪਦੇਸ਼ ਜਬ ਭੇਦੈ ਸਰਬ ਲਖਾਏ। ਉਹਨੂੰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਦੇਸ਼ ਦੇ ਕੇ ਸਾਰਾ ਭੇਦ ਸਮਝਾ ਦਿੰਦੇ ਨੇ। ਜਿਹੜਾ ਗੁਰੂ ਦੀ ਸ਼ਰਨ ਚ ਆਉਂਦਾ ਨਾ ਉਹਨੂੰ ਸਤਿਗੁਰੂ ਜੀ ਭੇਦ ਸਮਝਾ ਦਿੰਦੇ ਨੇ ਸਾਰਾ, ਉਹਨੂੰ ਸਾਰਾ ਰਹੱਸ ਮਹਾਰਾਜ ਜੀ ਜਣਾ ਦਿੰਦੇ ਹਨ। ਤਨ ਕੋ ਜਾਣੇ ਭਿੰਨ ਪੁਨ ਚੇਤਨ ਭਿੰਨ ਦਿਖਾਏ। ਜਿਹਨੂੰ ਸਤਿਗੁਰੂ ਜੀ ਭੇਦ ਜਣਾ ਦਿੰਦੇ ਨੇ ਫਿਰ ਉਹ ਜਾਣ ਜਾਂਦਾ ਹੈ ਕਿ ਇਹ ਸਰੀਰ ਵੱਖਰਾ ਹੈ, ਇਹਦੇ ਵਿੱਚ ਜਿਹੜੀ ਚੇਤਨਾ ਹੈ ਉਹ ਇਸ ਸਰੀਰ ਤੋਂ ਵੱਖਰੀ ਹੈ।
ਜਿਹਨੂੰ ਗੁਰੂ ਮਿਲੇ, ਸਤਿਗੁਰੂ ਜੀ ਉਹਨੂੰ ਇਹ ਭੇਦ ਜਣਾਉਂਦੇ ਨੇ ਕਿ ਇਹ ਤਨ ਮੇਰੇ ਤੋਂ ਵੱਖਰਾ ਹੈ, ਇਹਦੇ ਵਿੱਚ ਜਿਹੜੀ ਚੇਤਨਾ ਹੈ ਪਾਰ ਬ੍ਰਹਮ ਪਰਮੇਸ਼ਰ ਪ੍ਰਮਾਤਮਾ ਦੀ, ਉਹ ਚੇਤਨਾ ਇਸ ਤਨ ਤੋਂ ਨਿਰਾਲੀ ਹੈ, ਵੱਖਰੀ ਹੈ। ਸਤਿ ਆਤਮਾ ਜਾਣਹੀ ਦੇਹ ਅਨਿਤ ਸਦਾਏ। ਆਤਮਾ ਹੀ ਸਤ ਹੈ ਔਰ ਇਹ ਦੇਹ ਅਨਿਤ ਹੈ, ਨਾਸ਼ਵਾਨ ਹੈ, ਬਿਨਸਣੇ ਵਾਲੀ ਹੈ। ਜਿਹਨੂੰ ਗੁਰੂ ਮਿਲੇ ਉਹਨੂੰ ਇਹ ਸੋਝੀ ਆਉਂਦੀ ਹੈ ਕਿ ਇਹ ਦੇਹ ਅਨਿਤ ਨਾ ਨਿਤਰ ਹੈ, ਇਹ ਦੇਹ ਅਨਿਤ ਹੈ, ਸदैवी ਨਹੀਂ ਹੈ। ਇਹਦੇ ਵਿੱਚ ਜਿਹੜੀ ਆਤਮਾ ਹੈ ਉਹ ਨਿਤ ਹੈ, ਉਹ ਸਤ ਹੈ, ਉਹ ਸदैवी ਹੈ, ਉਹਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਔਰ ਇਹ ਸਰੀਰ ਬਿਨਸਣੇ ਵਾਲਾ ਹੈ, ਨਸ਼ਵਰ ਹੈ, ਨਾਸ਼ਵਾਨ ਹੈ। ਸਤਿ ਅਸਤ ਸੰਬੰਧ ਜੋ ਕਛੂ ਨ ਜਾਣੋ ਕੋਏ। ਸਤ ਤੇ ਅਸਤ ਦਾ ਸੰਬੰਧ ਹੋ ਹੀ ਨਹੀਂ ਸਕਦਾ, ਜਾਂ ਸਤ ਹੋਵੇਗਾ ਜਾਂ ਅਸਤ ਹੋਵੇਗਾ। ਆ ਜਿਵੇਂ ਹਨੇਰੇ ਤੇ ਦਿਨ ਦਾ ਕੋਈ ਸੰਬੰਧ ਹੈ, ਦਿਨ ਹੋਵੇਗਾ ਰਾਤ ਨਹੀਂ ਹੋਵੇਗੀ, ਰਾਤ ਹੋਵੇਗਾ ਤੇ ਦਿਨ ਨਹੀਂ ਹੋਵੇਗਾ। ਇਦਾਂ ਸਤ ਤੇ ਅਸਤ ਦਾ ਕੋਈ ਸੰਬੰਧ ਨਹੀਂ ਹੈ। ਯਾਨੀ ਕਿ ਸਰੀਰ ਤੇ ਇਹਦੇ ਵਿੱਚ ਵਸਣ ਵਾਲੀ ਜਿਹੜੀ ਚੇਤਨਾ ਹੈ, ਇਹਨਾਂ ਦੋਨਾਂ ਦਾ ਕੋਈ ਸੰਬੰਧ ਨਹੀਂ। ਚੇਤਨਾ ਇਹਦੇ ਚੋਂ ਨਿਰਾਲੀ ਹੈ, ਵੱਖਰੀ ਹੈ। ਜੈਸੇ ਸਵਿਤਾ ਤਿਮਰ ਕੋ ਨੀਰ ਨ ਕਬੋਂ ਹੋਏ। ਅਸਤ ਸਤ ਦੇ ਨੇੜੇ ਵੀ ਨਹੀਂ ਜਾ ਸਕਦਾ, ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾ ਸਕਦਾ। ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾ ਸਕਦਾ, ਤਿਵੇਂ ਸਤ ਦੇ ਨੇੜੇ ਅਸਤ ਨਹੀਂ ਜਾ ਸਕਦਾ। ਆਪੋਂ ਕਉ ਨ ਜਾਣਈ ਬਿਨ ਸਤਿਗੁਰ ਉਪਦੇਸ਼। ਹੁਣ ਆ ਜਿਹੜੀ ਭੇਦ ਦੀ ਗੱਲ ਹੈ, ਇਹ ਆਪਣੇ ਆਪ ਨਹੀਂ ਜਾਣੀ ਜਾਂਦੀ ਜਦੋਂ ਤੱਕ ਕੋਈ ਗੁਰੂ ਕਾ ਉਪਦੇਸ਼ ਸੁਣ ਕੇ ਮੰਨ ਕੇ ਕਮਾਉਂਦਾ ਨਹੀਂ। ਮਹਾਰਾਜ ਜੀ ਕਹਿੰਦੇ ਜਿਹੜੇ ਬਚਨ ਅਸੀਂ ਤੁਹਾਨੂੰ ਦੱਸ ਰਹੇ ਹਾਂ ਪੰਡਤ ਜੀ, ਇਹ ਆਪਣੇ ਆਪ ਨਹੀਂ ਜਾਣੇ ਜਾਂਦੇ, ਇਹ ਉਹ ਜਾਣਦੇ ਨੇ ਜਿਨ੍ਹਾਂ ਨੂੰ ਗੁਰੂ ਜਣਾਉਂਦਾ ਹੈ। ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਤੂੰ ਜਾਣਾਏ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਗੁਰਾ ਇੱਕ ਦੇਹ 부ਝਾਈ। ਗੁਰੂ ਜਿਨ੍ਹਾਂ ਨੂੰ 부ਝਾਵੇ, ਗੁਰੂ ਜਿਨ੍ਹਾਂ ਨੂੰ ਜਣਾਵੇ, ਉਹੀ ਇਸ ਗੱਲ ਨੂੰ ਬੁੱਝਦੇ ਨੇ, ਜਾਣਦੇ ਹਨ। ਇਸ ਪ੍ਰਕਾਰ ਹੈ ਸਭਨ ਕੋ ਤੂਸ਼ਨ ਪੇ ਜਗਤੇਸ਼। ਇਹ ਵਚਨ ਕਹਿ ਕੇ ਜਗਤ ਦੇ ਈਸ਼ਵਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ। ਪੰਡਤ ਸੰਨਿਆਸੀ ਬਹੁਤ ਉੱਤਰ ਆਏ ਨ ਕੋਏ। ਜਿੰਨੇ ਉਹ ਪੰਡਤ ਤੇ ਸੰਨਿਆਸੀ ਬੈਠੇ ਸੀ, ਉਹਨਾਂ ਨੂੰ ਕਿਸੇ ਨੂੰ ਜਵਾਬ ਨਹੀਂ ਆਇਆ। ਜਦੋਂ ਮਹਾਰਾਜ ਜੀ ਨੇ ਕਿਹਾ ਉਹ ਦੱਸੋ ਤੁਹਾਡੇ ਚੋਂ ਕਿਹੜਾ ਜਿਹੜਾ ਮਾਸ ਦਾ ਨਹੀਂ ਬਣਿਆ, ਬਣੇ ਮਾਸ ਤੋਂ, ਪੈਦਾ ਮਾਸ ਤੋਂ ਹੋਏ ਹੋ। ਫਿਰ ਮਹਾਰਾਜ ਜੀ ਦੇ ਸਾਹਮਣੇ ਕਿਸੇ ਨੂੰ ਜਵਾਬ ਨਹੀਂ ਔੜਿਆ। ਜਿੰਨੇ ਉੱਥੇ ਪੰਡਤ ਬੈਠੇ ਸੀ, ਸੰਨਿਆਸੀ ਬੈਠੇ ਸੀ, ਸਾਰੇ ਨਿਰੁੱਤਰ ਹੋ ਗਏ। ਪਿਖੇ ਪਰਸ ਪਰ ਬਦਨ ਨਿਜ ਸਨਮੁਖ ਹੋਏ ਨ ਸੋਏ। ਸਤਿਗੁਰੂ ਜੀ ਦੇ ਸਨਮੁਖ ਹੋ ਕੇ ਨਹੀਂ ਵੇਖਦੇ, ਆਪਸ ਵਿੱਚ ਇੱਕ ਦੂਜੇ ਦਾ ਮੂੰਹ ਤੱਡੀ ਜਾਂਦੇ ਨੇ। ਉਹ ਬੋਲੇਗਾ, ਉਹ ਬੋਲੇਗਾ, ਆ ਜਵਾਬ ਦੇਗਾ, ਇਹ ਜਵਾਬ ਦੇਗਾ, ਪਰ ਗੁਰੂ ਸਾਹਿਬ ਜੀ ਵੱਲ ਨਹੀਂ ਕੋਈ ਵੇਖਦਾ। ਸੰਨਿਆਸੀ ਨਿਜ ਕਹਿਤ ਪੇ ਕੇਤਕ ਕਾਲ ਬਿਤਾਏ। ਸੰਨਿਆਸੀ ਉੱਥੇ ਬੈਠੇ ਸਨ। ਕੁਝ ਸਮਾਂ ਬੈਠਣ ਤੋਂ ਬਾਅਦ ਨਾਨਕ ਚੰਦ ਪੰਡਿਤ ਬੜੋ ਤੈ ਜੀਤਿਓ ਜਗ ਜਾਏ। ਉਹ ਸੰਨਿਆਸੀ ਨਾਨੂ ਪੰਡਤ ਨੂੰ ਕਹਿਣ ਲੱਗੇ, ਕਹਿੰਦੇ ਨਾਨਕ ਚੰਦ ਉਹਨੂੰ, ਕਿਉਂਕਿ ਉਹਦਾ ਨਾਂ ਨਾਨਕ ਚੰਦ ਸੀ, ਉਹਦਾ ਨਾਨੂ ਕਹਿੰਦੇ ਸੀ ਉਹਨੂੰ। ਉਹਨੂੰ ਕਹਿਣ ਲੱਗੇ, ਪੰਡਤ ਨਾਨੂ ਤੂੰ ਤਾਂ ਸਾਰਾ ਜੱਗ ਜਿੱਤਿਆ, ਐਡਾ ਵਿਦਵਾਨ ਹੈ ਤੂੰ, ਵੱਡੇ ਵੱਡੇ ਬ੍ਰਾਹਮਣ ਤੂੰ ਜਿੱਤੇ ਨੇ, ਬੜੇ ਬੜੇ ਵਿਦਿਆਵਾਨ ਲੋਕਾਂ ਨੂੰ ਤੂੰ ਜਾ ਕੇ ਜਿੱਤ ਕੇ ਆਪਣੇ ਅਧੀਨ ਕੀਤਾ, ਆਪਣੇ ਜ਼ੇਰ ਕੀਤਾ। ਇਸ ਫਕੀਰ ਕੈ ਸਾਹਮਣੇ ਚਰਚਾ ਕਿਉਂ ਨ ਕਰੰਤ। ਆ ਜਿਹੜਾ ਫਕੀਰ ਤੁਹਾਡੇ ਸਾਹਮਣੇ ਬੈਠਾ, ਗੁਰੂ ਨਾਨਕ ਸਾਹਿਬ ਨੂੰ ਫਕੀਰ ਦੱਸਦੇ ਸੀ। ਕਹਿੰਦੇ ਆ ਜਿਹੜਾ ਫਕੀਰ ਤੁਹਾਡੇ ਸਾਹਮਣੇ ਬੈਠਾ, ਤੂੰ ਇਹਦੇ ਨਾਲ ਚਰਚਾ ਕਿਉਂ ਨਹੀਂ ਕਰਦਾ? ਇਹਦੇ ਸਾਹਮਣੇ ਕਿਉਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ? ਇੱਥੇ ਕਿਉਂ ਨਹੀਂ ਬੋਲਦਾ? ਇੱਥੇ ਕਿਉਂ ਨਹੀਂ ਹੁਣ ਗੱਲਬਾਤ ਕਰਦਾ? ਜਦੋਂ ਸੰਨਿਆਸੀਆਂ ਨੂੰ ਨਹੀਂ ਨਾ ਆਹੀ ਗੱਲ,
ਫਿਰ ਉਹਨਾਂ ਨੇ ਨਾਨੂ ਨੂੰ ਅੱਗੇ ਕੀਤਾ ਵੀ ਤੂੰ ਹੋ ਅੱਗੇ, ਇਹਦੇ ਮੋਢੇ ਤੇ ਪਾਈ ਪੰਜਾਲੀ ਵੀ ਤੂੰ ਸਾਡਾ ਆਗੂ ਬਣ। ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ, ਇਹ ਉਹ ਹਾਲ ਸੀ। ਜਦੋਂ ਆਪ ਨੂੰ ਕੋਈ ਜਵਾਬ ਨਾ ਆਇਆ ਤੇ ਉਹਨੂੰ ਅੱਗੇ ਕਰ ਦਿੱਤਾ ਵੀ ਤੂੰ ਬੋਲ, ਤੂੰ ਤਾਂ ਸਾਰੇ ਪੰਡਤਾਂ ਨੂੰ ਜਿੱਤਿਆ, ਤੂੰ ਤਾਂ ਬੜਾ ਵਿਦਵਾਨ ਹੈ, ਫਕੀਰ ਦੇ ਸਾਹਮਣੇ ਕਿਉਂ ਨਹੀਂ ਬੋਲਦਾ, ਕਿਉਂ ਮੂੰਹ 'ਚ ਘੁੰਗਣੀਆਂ ਪਾ ਕੇ ਦੜ ਵੱਟ ਕੇ ਬੈਠਾ ਹੈ? ਬੀਤਾ ਅਗਮ ਨਿਗਮ ਕੋ ਸਭ ਹਿਨ ਮੈਂ ਮਤਵੰਤ। ਤੂੰ ਸ਼ਾਸਤਰਾਂ ਦਾ ਵੇਦਾਂ ਦਾ ਗਿਆਨੀ ਹੈ ਤੇ ਤੂੰ ਮਤਵਾਨ ਹੈ, ਸਿਆਣਾ ਸਾਡੇ ਸਾਰਿਆਂ ਵਿੱਚੋਂ, ਸਾਡੇ ਸਾਰਿਆਂ ਤੋਂ ਵੱਧ ਪੜ੍ਹਿਆ ਲਿਖਿਆ ਵਿਦਵਾਨ ਹੈ। ਤੇਰਾ ਫਰਜ਼ ਬਣਦਾ ਹੈ ਕਿ ਤੂੰ ਬੋਲ ਕੇ ਜਵਾਬ ਦੇਵੇਂ। ਚੋਪਈ ਸੁਨ ਕਰ ਨਾਨੂ ਪੰਡਿਤ ਤਬਈ। ਸੁਣ ਕੇ ਉਸ ਵੇਲੇ ਜਿਹੜਾ ਉਹ ਨਾਨੂ ਪੰਡਤ ਸੀ, ਬੋਲਿਓ ਸਭ ਇਨ ਪ੍ਰੇਰਿਓ ਜਬਈ। ਉਹ ਬੋਲਿਆ ਸਾਰਿਆਂ ਦਾ ਪ੍ਰੇਰਿਆ ਹੋਇਆ। ਜਦੋਂ ਸਾਰਿਆਂ ਨੇ ਕਿਹਾ ਨਾ ਬੋਲਣ ਨੂੰ, ਫਿਰ ਉਹ ਬੋਲਿਆ, ਕਹਿਣ ਲੱਗਾ, ਸ਼੍ਰੀ ਗੁਰ ਕੇਰ ਪ੍ਰਤਾਪ ਦਬਾਵਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਜਿਹੜਾ ਸੀ ਉਹਨੂੰ ਦਬਾਣਾ ਚਾਹੁੰਦਾ ਹੈ। ਸਾਬਤ ਕੋਈ ਨਾ ਉੱਤਰ ਆਵਾ। ਪਰ ਖਾਲਸਾ ਜੀ ਮੇਰੇ ਸਾਹਿਬ ਦਾ ਪ੍ਰਤਾਪ ਇੰਨਾ ਕਿ ਕੋਈ ਵੀ ਸਾਬਤ ਨਹੀਂ ਹੋਇਆ ਸਤਿਗੁਰਾਂ ਦੇ ਸਾਹਮਣੇ ਜਿਹੜਾ ਮਹਾਰਾਜ ਜੀ ਦੇ ਕਹੇ ਬਚਨਾਂ ਦਾ ਕੋਈ ਜਵਾਬ ਦੇ ਸਕੇ। ਇਹਨਾਂ ਨੂੰ ਕੋਈ ਉੱਤਰ ਨਹੀਂ ਔੜਿਆ। ਹੇ ਫਕੀਰ ਤੈ ਕੀਨ ਕੁਕਰਮਾ। ਇਹ ਬੋਲਿਆ, ਕਹਿਣ ਲੱਗਾ ਨਾਨੂ ਪੰਡਤ ਸਤਿਗੁਰਾਂ ਨੂੰ, ਕਹਿਣ ਲੱਗਾ ਹੇ ਫਕੀਰ, ਕਿਉਂਕਿ ਸਤਿਗੁਰਾਂ ਬਾਰੇ ਹਾਲੇ ਨਹੀਂ ਸੀ ਜਾਣਦੇ ਵੀ ਇਹ ਕੌਣ ਨੇ। ਕਹਿਣ ਲੱਗਾ ਹੇ ਫਕੀਰ, ਤੂੰ ਇਹ ਬੜਾ ਮਾੜਾ ਤੇ ਖੋਟਾ ਕੰਮ ਕੀਤਾ ਹੈ। ਪੁਰਬ ਦਿਵਸ ਪੁਨ ਪਾਖਤ ਧਰਮਾ। ਅੱਜ ਪੁਰਬ ਦਾ ਦਿਨ ਸੀ, ਅੱਜ ਕੁਰਕਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਦੇ ਮੇਲੇ ਦਾ ਪੁਰਬ ਹੈ। ਇਹਦੇ ਵਿੱਚ ਬੜੇ ਸ੍ਰੇਸ਼ਟ ਧਰਮ ਜਿਹੜੇ ਨੇ, ਵਿਧੀ ਵਿਧਾਨ ਜਿਹੜੇ ਨੇ ਉਹ ਦੱਸੇ ਗਏ ਹਨ। ਕਿਸ ਪ੍ਰਕਾਰ ਤੂੰ ਹਮੇ ਬਤਾਵੇਂ। ਤੂੰ ਉਸ ਧਰਮ ਦਾ ਭੰਗ ਕੀਤਾ, ਭਾਵ ਇੱਥੇ ਦੇ ਜਿਹੜੇ ਵਿਧੀ ਵਿਧਾਨ ਸੀ ਉਹਨਾਂ ਨੂੰ ਖੰਡਿਆ, ਯਾਨੀ ਕਿ ਦੇਗ ਵਿੱਚ ਪਾ ਕੇ ਹਿਰਨ ਦਾ ਮਾਸ ਰਿੰਨਣਾ ਸ਼ੁਰੂ ਕੀਤਾ ਹੈ। ਔਰ ਸਾਨੂੰ ਤੂੰ ਅੱਗੋਂ ਜਵਾਬ ਇਸ ਤਰ੍ਹਾਂ ਪ੍ਰਕਾਰ ਨਾਲ ਦੇ ਰਿਹਾ ਹੈ, ਜੇ ਸਭ ਸ਼ਾਸਤਰ ਦੋਸ਼ ਲਗਾਵੇਂ। ਕਿਉਂਕਿ ਸ਼ਾਸਤਰ ਕਹਿੰਦੇ ਨੇ ਸੂਰਜ ਗ੍ਰਹਿਣ ਦੇ ਮੇਲੇ ਤੇ ਮਾਸ ਨਹੀਂ ਰਿੰਨਣਾ। ਤੂੰ ਤਾਂ ਸ਼ਾਸਤਰਾਂ ਨੂੰ ਵੀ ਝੂਠਾ ਸਾਬਤ ਕਰ ਦਿੱਤਾ ਹੈ। ਦਾਨ ਇਸ਼ਨਾਨ ਪੂਜ ਬੇਕਾਲਾ। ਕਿਉਂਕਿ ਸੂਰਜ ਗ੍ਰਹਿਣ ਦੇ ਮੇਲੇ ਤੇ ਦਾਨ ਕਰੀਦਾ, ਇਸ਼ਨਾਨ ਕਰੀਦਾ, ਪੂਜਾ ਕਰੀਦੀ ਹੈ, ਏਦਾਂ ਦੇ ਕਰਮ ਕਾਂਡ ਕਰੀਦੇ ਹਨ। ਆਮਿਕ ਰੀਦਤ ਪਾਪ ਬਿਸਾਲਾ। ਇਹੋ ਜੇ ਸਮੇਂ ਤੇ ਮਾਸ ਰਿੰਨਣਾ ਬੜਾ ਵੱਡਾ ਪਾਪ ਹੈ। ਇਹੋ ਜੇ ਸਮੇਂ ਤੇ, ਇਹੋ ਜੇ ਪੁਰਬ ਵਾਲੇ ਦਿਨ ਤੇ ਮਾਸ ਰਿੰਨਣਾ ਬੜਾ ਵੱਡਾ ਪਾਪ ਹੈ। ਜਿਹੜੇ ਸਾਰਾ ਹਫਤਾ ਮਾਸ ਖਾਂਦੇ ਆ ਨਾ, ਮੰਗਲਵਾਰ ਵਾਲੇ ਦਿਨ ਜੇ ਕੋਈ ਮਾਸ ਦਾ ਨਾਂ ਲਵੇ ਕੰਨਾਂ ਨੂੰ ਹੱਥ ਲਾਉਂਦੇ, ਤੋਬਾ ਤੋਬਾ ਤੋਬਾ, ਅੱਜ ਨਾ ਨਾਂ ਲਿਓ। ਵੀ ਬਾਕੀ ਦਿਨਾਂ ਦੇ ਵਿੱਚ ਕੀ ਹੁੰਦਾ ਭਾਈ? ਕਹਿਣ ਲੱਗੇ ਜੀ ਅੱਜ ਪੁਰਬ ਦਾ ਦਿਨ ਹੈ ਤੇ ਅੱਜ ਤਾਂ ਨਹੀਂ, ਤੁਹਾਨੂੰ ਇਦਾਂ ਕਰਨਾ ਚਾਹੀਦਾ ਸੀ। ਯਾਨੀ ਕਿ ਕਹਿਣ ਦਾ ਮਤਲਬ ਵੀ ਅੱਗੇ ਪਿੱਛੇ ਕਰ ਸਕਦੇ ਆ, ਇਹੀ ਮਤਲਬ ਸੀ ਨਾ ਇਹਨਾਂ ਦਾ। ਕਹਿੰਦੇ ਜੀ ਅੱਜ ਦੇ ਦਿਨ ਤੁਸੀਂ ਪੁਰਬ ਵਾਲੇ ਦਿਨ ਆਹ ਕੰਮ ਕਰਕੇ ਬੜਾ ਵੱਡਾ ਪਾਪ ਕੀਤਾ ਹੈ। ਕੈਸੋ ਤੇਰੋ ਅਹੇ ਸਿਧਾਂਤਾ। ਤੇਰਾ ਸਿਧਾਂਤ ਕੀ ਹੈ? ਤੇਰਾ ਇਹਦੇ ਵਿੱਚ ਕੀ ਮਤ ਹੈ? ਉੱਤਰ ਦੇ ਨਤ ਹੋਏ ਹੈ ਪਾਤਾ। ਜੇ ਜਵਾਬ ਨਾ ਦਿੱਤਾ ਤੇ ਤੇਰਾ ਪਤਨ ਕਰਾਂਗੇ, ਅਸੀਂ ਤੈਨੂੰ ਮਾਰਾਂਗੇ। ਏਦਾਂ ਬੋਲਿਆ ਨਾਨੂ ਪੰਡਤ ਸਤਿਗੁਰੂ ਜੀ ਨੂੰ। ਦੋਹਰਾ ਸਭ ਬਿਦ ਬੇਤਾ ਸਤਿਗੁਰੂ ਬੋਲੇ ਬਚ ਤਤਕਾਲ। ਸਭ ਪ੍ਰਕਾਰ ਨਾਲ ਜਾਣਨੇ ਵਾਲੇ ਜਾਣੀ ਜਾਣ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਨੂ ਪੰਡਤ ਦੇ ਬੋਲ ਸੁਣ ਕੇ ਬੋਲੇ, ਦਵਿਜ ਸੰਨਿਆਸੀ ਅਪਰ ਨਰ ਸੁਨ ਹੈ ਪੀਰ ਬਿਸਾਲ। ਵੱਡੇ ਵੱਡੇ ਬ੍ਰਾਹਮਣ, ਸੰਨਿਆਸੀ ਤੇ ਬੜੇ ਬੜੇ ਜਿਹੜੇ ਲੋਕ ਉੱਥੇ ਆਏ ਹੋਏ ਸੀ, ਦਿਗੰਬਰ ਆਦਿਕ, ਉਹ ਸਾਰੀ ਭੀੜ ਮਹਾਰਾਜ ਜੀ ਦੇ ਬਚਨ ਸੁਣ ਰਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ, ਮਲਾਰ ਦੀ ਵਾਰ ਦਾ ਇਹ ਪਾਵਨ ਸ਼ਲੋਕ ਹੈ, ਸੁਣੋ ਜੋ ਸਤਿਗੁਰਾਂ ਨੇ ਕੁਰਕਸ਼ੇਤਰ ਦੀ ਧਰਤੀ ਤੇ ਉਚਾਰਨ ਕਰਕੇ ਉਹਨਾਂ ਪੰਡਿਆਂ ਨੂੰ ਸੁਣਾਇਆ ਹੈ। ਸਾਨੂੰ ਸਾਰਿਆਂ ਨੂੰ ਸਰਵਣ ਕਰਾਉਂਦੇ ਨੇ, ਸਰਵਣ ਕਰੀਏ ਜੀ।
ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਮਹਾਰਾਜ ਜੀ ਕਹਿੰਦੇ ਮਾਸ ਮਾਸ ਕਰਕੇ ਝਗੜਾ ਕਰਨਾ ਮੂਰਖਾਂ ਦੀ ਕਿਰਤ ਹੈ। ਮੂਰਖ ਬੰਦਾ ਜਿਹੜਾ ਹੁੰਦਾ ਉਹ ਝਗੜਦਾ ਮਾਸ ਮਾਸ ਕਰਕੇ। ਖਾਣ ਵਾਲਾ ਜਿਹੜਾ ਉਹ ਪ੍ਰਮਾਣ ਦਿੰਦਾ ਵੀ ਖਾਣਾ ਚਾਹੀਦਾ, ਨਾ ਖਾਣ ਵਾਲਾ ਪ੍ਰਮਾਣ ਦਿੰਦਾ ਵੀ ਨਹੀਂ ਖਾਣਾ ਚਾਹੀਦਾ। ਜਦੋਂ ਕਿਤੇ 5-7 ਸਿੱਖ ਬਹਿ ਜਾਣ, ਪਹਿਲੀ ਗੱਲ ਤਾਂ ਬਹਿੰਦੇ ਕੋਈ ਨਹੀਂ, ਪਹਿਲੀ ਗੱਲ ਤਾਂ ਬਹਿੰਦੇ ਕੋਈ ਨਹੀਂ। ਜੇ ਬਹਿ ਜਾਣ ਤੇ ਫਿਰ ਲੜਾਈ ਦੇ ਮੁੱਦਿਆਂ ਵਿੱਚੋਂ ਸਭ ਤੋਂ ਪਹਿਲਾ ਮੁੱਦਾ ਇਸੇ ਨੂੰ ਸ਼ੁਰੂਆਤ ਕਰਦੇ ਆ। 2-4 ਕਹਿਣਗੇ ਖਾਣਾ ਚਾਹੀਦਾ ਹੈ, 2-4 ਕਹਿਣਗੇ ਨਹੀਂ ਖਾਣਾ ਚਾਹੀਦਾ। ਜਿਉਂ ਫਿਰ ਮਗਜਮਾਰੀ ਕਰਦੇ ਆ ਬਹਿ ਕੇ, ਅਖੀਰ ਨੂੰ ਤੱਤ ਕੁਝ ਵੀ ਨਹੀਂ ਨਿਕਲਦਾ। ਜਿਹੜੇ 2-4 ਸੱਜੇ ਖੱਬੇ ਨੂੰ ਟੁਰ ਪੈਂਦੇ ਆ, 2-4 ਸੱਜੇ ਖੱਬੇ ਨੂੰ ਟੁਰ ਪੈਂਦੇ ਆ, ਮੁੜ ਕੇ ਆਪਸ ਵਿੱਚ ਅੱਖਾਂ ਹੀ ਵਟਾ ਲੈਂਦੇ ਆ। ਆਹ ਹਾਲ ਨੇ ਅੱਜ ਕੱਲ ਸਾਡੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਮਾਸ ਦੇ ਮੁੱਦੇ ਤੇ ਝਗੜਾ ਕਰਨ ਵਾਲਾ ਮੂਰਖ ਹੈ। ਜਿਹੜਾ ਇਹਦੇ ਬਾਰੇ ਝਗੜਾ ਕਰੇ ਉਹ ਮੂਰਖ ਹੀ ਹੈ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਅਸਲ ਵਿੱਚ ਉਹ ਨਾ ਗਿਆਨ ਨੂੰ ਜਾਣਦਾ ਨਾ ਧਿਆਨ ਨੂੰ ਜਾਣਦਾ ਹੈ। ਗਿਆਨ ਤੇ ਧਿਆਨ ਦੋਨਾਂ ਤੋਂ ਵਿਹੂਣਾ ਬੰਦਾ ਮਾਸ ਦੇ ਮੁੱਦੇ ਦੇ ਉੱਤੇ ਝਗੜਾ ਕਰਦਾ ਹੈ। ਕੌਣ ਮਾਸ ਕੌਣ ਸਾਗ ਕਹਾਵੇ, ਤਿਸ ਮੈਂ ਪਾਪ ਸਮਾਣੇ। ਮਹਾਰਾਜ ਜੀ ਕਹਿੰਦੇ ਭਲਾ ਇਹ ਦੱਸੋ ਪਹਿਲਾਂ ਇਹਦੇ ਵਿੱਚ ਮਾਸ ਕਿਹੜਾ ਤੇ ਸਾਗ ਕਿਹੜਾ ਹੈ? ਜਿਹੜਾ ਸਾਗ ਹੈ ਉਹ ਮਾਸ ਨਹੀਂ, ਜਿਹੜਾ ਮਾਸ ਹੈ ਉਹ ਸਾਗ ਨਹੀਂ। ਦੋਨਾਂ 'ਚ ਕੋਈ ਫਰਕ ਹੈ? ਕੌਣ ਮਾਸ ਤੇ ਕੌਣ ਸਾਗ? ਸਾਗ ਕਿਹੜਾ ਤੇ ਮਾਸ ਕਿਹੜਾ? ਕਿਹਨਾਂ ਖਾ ਕੇ ਪਾਪ ਨਹੀਂ ਲੱਗਦਾ? ਜੇ ਮਾਸ ਖਾਣ ਵਾਲੇ ਆਖਣ ਵੀ ਮਾਸ ਖਾ ਕੇ ਕੋਈ ਪਾਪ ਨਹੀਂ ਲੱਗਦਾ, ਜਾਂ ਸਾਗ ਖਾਣ ਵਾਲਾ ਆਖੇ ਕਿ ਮਾਸ ਖਾ ਕੇ ਪਾਪ ਲੱਗਦਾ ਹੈ, ਤਾਂ ਮਹਾਰਾਜ ਜੀ ਕਹਿੰਦੇ ਫਿਰ ਸਾਗ ਖਾ ਕੇ ਨਹੀਂ ਲੱਗਦਾ। ਉਹ ਵੀ ਤਾਂ ਮਾਸ ਦਾ ਹੀ ਇੱਕ ਪ੍ਰਕਾਰ ਹੈ, ਜਲ ਤੋਂ ਪੈਦਾ ਹੋਇਆ ਮਾਸ। ਅੱਗੇ ਆ ਕੇ ਬਚਨ ਸਪਸ਼ਟ ਕਰਨਗੇ। ਮਹਾਰਾਜ ਜੀ ਕਹਿੰਦੇ ਦੱਸੋ ਵੀ ਤੁਸੀਂ ਆਪ ਹੀ ਨਿਰਧਾਰਤ ਕੀਤਾ ਨਾ ਵੀ ਪਾਪ ਕਿਹਦੇ ਵਿੱਚ ਹੈ। ਬੰਦੇ ਨੇ ਕਿਹਾ ਵੀ ਆਹ ਕੰਮ ਪਾਪ ਹੈ, ਇਹ ਪੁੰਨ ਹੈ। ਆਪਣੀ ਮਰਜ਼ੀ ਦੇ ਮੁਤਾਬਕ ਪਾਪ ਬਣਾ ਲਿਆ, ਆਪਣੀ ਹੀ ਮਰਜ਼ੀ ਦੇ ਮੁਤਾਬਕ ਪੁੰਨ ਬਣਾ ਲਿਆ। ਜਿਹੜਾ ਬੰਦਾ ਆਪਣੀ ਸਵੈ ਇੱਛਾ ਮੁਜਬ ਪਾਪ ਤੇ ਪੁੰਨ ਦੀ ਪਰਿਭਾਸ਼ਾ ਬਣਾ ਲੈਂਦਾ ਹੈ, ਆਪਣੇ ਗੁਰੂ ਪੀਰ ਦੇ ਚਾਨਣੇ ਨੂੰ ਗਿਆਨ ਨੂੰ ਪਾਸੇ ਰੱਖ ਦਿੰਦਾ ਹੈ, ਉਹ ਬੰਦਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਕਿਹਨੂੰ ਪਾਪ ਕਹਿੰਦੇ ਆ, ਗੁਰੂ ਪਾਤਸ਼ਾਹ ਕਿਸ ਨੂੰ ਪੁੰਨ ਕਹਿੰਦੇ ਆ, ਸਾਡੇ ਲਈ ਉਹ ਮਾਇਨੇ ਰੱਖਦਾ ਹੈ। ਅਸੀਂ ਜੋ ਆਪਣੇ ਮੁਤਾਬਕ ਬਣਾ ਲਏ ਨੇ ਵੀ ਇਹ ਪਾਪ ਹੈ ਤੇ ਪੁੰਨ ਹੈ, ਉਹ ਸਾਡੀ ਧਾਰਨਾ ਕੱਚੀ ਪਿੱਲੀ ਧਾਰਨਾ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਦੱਸੋ ਕਿਹੜਾ ਸਾਗ ਤੇ ਕਿਹੜਾ ਮਾਸ, ਕਿਹੜਾ ਖਾ ਕੇ ਪਾਪ ਨਹੀਂ ਲੱਗਦਾ, ਕਿਹਦੇ ਵਿੱਚ ਪਾਪ ਲੱਗਦਾ ਹੈ? ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੀ। ਮਹਾਰਾਜ ਜੀ ਕਹਿੰਦੇ ਪੰਡਿਓ ਤੁਸੀਂ ਕਹਿੰਦੇ ਹੋ ਵੀ ਮਾਸ ਨਹੀਂ ਖਾਣਾ ਚਾਹੀਦਾ, ਮਾਸ ਨੂੰ ਰਿੰਨਣਾ ਪਾਪ ਹੈ। ਤੇ ਪਾਤਸ਼ਾਹ ਕਹਿੰਦੇ ਜਦੋਂ ਯੱਗ ਕਰਦੇ ਹੋ ਹਵਨ ਕੁੰਡ 'ਚ, ਉਦੋਂ ਗੈਂਡਾ ਮਾਰ ਕੇ ਗੈਂਡੇ ਦੀ ਚਰਬੀ ਪਾ ਕੇ ਵਿੱਚ ਆਹੂਤੀ ਦੇ ਕੇ ਯੱਗ ਕਰਦੇ ਹੋ। ਉਹ ਗੈਂਡਾ ਭਲਾ ਜੀਵ ਨਹੀਂ ਹੁੰਦਾ, ਉਹ ਜੀਵਾਂ ਵਿੱਚ ਨਹੀਂ ਆਉਂਦਾ, ਉਹ ਮਾਸ ਵਿੱਚ ਨਹੀਂ ਆਉਂਦਾ। ਗੈਂਡਾ ਮਾਰ ਕੇ ਉਹਦੀ ਜਿਹੜੀ ਚਰਬੀ ਹੈ ਉਹ ਯੱਗ ਦੇ ਵਿੱਚ ਪਾ ਕੇ ਆਹੂਤੀ ਦੇ ਕੇ ਯੱਗ ਕਰਦੇ ਆ, ਤੁਹਾਨੂੰ ਉਦੋਂ ਪਾਪ ਨਹੀਂ ਜਾਪਦਾ ਵੀ ਇਹ ਪਾਪ ਕਰਦੇ ਆ? ਕਿਉਂਕਿ ਜਦੋਂ ਯੱਗ ਕਰਦੇ ਨੇ ਤਾਂ ਅਕਸਰ ਯੱਗ ਦੇ ਵਿੱਚ ਗੈਂਡੇ ਦੀ ਚਰਬੀ ਦੀ ਵਰਤੋਂ ਕੀਤੀ ਜਾਂਦੀ ਹੈ, ਜਾਂ ਫਿਰ ਘੋੜੇ ਅਸਵ ਮੇਧ ਯੱਗ, ਗਜ ਮੇਧ ਯੱਗ, ਨ੍ਰਿਪ ਮੇਧ ਯੱਗ, ਨਰ ਮੇਧ ਯੱਗ, ਗਊ ਮੇਧ ਯੱਗ, ਜਿਹਦੇ ਵਿੱਚ ਮੇਧ ਨਾਮ ਹੁੰਦਾ ਚਰਬੀ ਦਾ। ਜਿਹੜੇ ਜੀਵ ਦੀ ਚਰਬੀ ਪਵੇ ਉਸੇ ਯੱਗ ਨੂੰ ਉਹਦੇ ਨਾਂ ਨਾਲ ਜੋੜ ਦਿੱਤਾ। ਜੇ ਘੋੜੇ ਦੀ ਚਰਬੀ ਪਵੇ ਤਾਂ ਅਸਵ ਮੇਧ ਯੱਗ, ਜੇ ਹਾਥੀ ਦੀ ਚਰਬੀ ਪਾ ਕੇ ਯੱਗ ਕੀਤਾ ਜਾਵੇ ਤਾਂ ਗਜ ਮੇਧ ਯੱਗ, ਜੇ ਬੰਦੇ ਦੀ ਚਰਬੀ ਪਾ ਕੇ ਯੱਗ ਕੀਤਾ ਜਾਏ ਤਾਂ ਨਰ ਮੇਧ ਯੱਗ, ਜੇ ਗਊ ਦੀ ਚਰਬੀ ਪਾ ਕੇ ਯੱਗ ਕੀਤਾ ਜਾਵੇ ਤਾਂ ਗਊ ਮੇਧ ਯੱਗ। ਮਹਾਰਾਜ ਜੀ ਕਹਿੰਦੇ ਇਹ ਵੀ ਤਾਂ ਤੁਸੀਂ ਕਰਦੇ ਹੀ ਹੋ ਨਾ, ਇੱਥੇ ਫਿਰ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਇਹ ਪਾਪ ਹੈ ਅਸੀਂ ਨਹੀਂ ਕਰਨਾ? ਗੈਂਡਾ ਮਾਰ ਕੇ ਹੋਮ ਜਬ ਕਰਦੇ ਹੋ ਤੇ ਦੇਵਤਿਆਂ ਨੂੰ ਕਹਿੰਦੇ ਹੋ ਇਹ ਚੰਗਾ ਲੱਗਦਾ ਹੈ,
ਦੇਵਤਿਆਂ ਕੀ ਬਾਣੇ। ਤੁਸੀਂ ਕਹਿੰਦੇ ਹੋ ਇਹ ਦੇਵਤਿਆਂ ਦੀ ਬਾਣੀ ਮਰਿਆਦਾ ਹੈ ਜੀ, ਇਹ ਤਾਂ ਦੇਵਤਿਆਂ ਨੇ ਦੱਸੀ ਹੈ। ਮਹਾਰਾਜ ਜੀ ਕਹਿੰਦੇ ਉਦੋਂ ਜਦੋਂ ਆਪ ਕਰਨਾ ਹੋਵੇ ਉਦੋਂ ਕਹਿੰਦੇ ਹੋ ਦੇਵਤਿਆਂ ਦੀ ਬਾਣ ਹੈ, ਜਦੋਂ ਕੋਈ ਦੂਜਾ ਕਰੇ ਤੇ ਫਿਰ ਕਹੋ ਜੀ ਇਹ ਪਾਪ ਹੈ। ਕਿਹੋ ਜਿਹਾ ਪਮਾਨ ਹੈ ਤੁਹਾਡਾ? ਦੂਜਾ ਕਰੇ ਤੇ ਪਾਪ, ਆਪ ਕਰੀਏ ਤੇ ਜੀ ਮਰਿਆਦਾ ਜੀ ਸਾਡੀ। ਇਹ ਕਿਵੇਂ ਹੋ ਸਕਦਾ ਭਾਈ? ਹਾਂਜੀ। ਮਾਸ ਛੋੜ ਬੈਸ ਨੱਕ ਪਕੜੇ, ਰਾਤੀ ਮਾਨਸ ਖਾਣੇ। ਮਹਾਰਾਜ ਜੀ ਕਹਿੰਦੇ ਜੇ ਮਾਸ ਰਿੰਨਦਾ ਵੇਖ ਲੋ ਤੁਸੀਂ ਤੇ ਨੱਕ ਘੁੱਟ ਕੇ ਪਾਸੇ ਨੂੰ ਹਟ ਜਾਂਦੇ ਹੋ, ਮਾਸ ਦੀ ਮੁਸ਼ਕ ਨਾ ਆ ਜੇ ਕਿਤੇ। ਇਹ ਮਾਸ ਰਿੰਨਿਆ ਜਾ ਰਿਹਾ, ਇਹਦੀ ਜਿਹੜੀ ਵਾਸ਼ਨਾ ਉਹ ਨਾ ਕਿਤੇ ਆ ਜਾਏ। ਨੱਕ ਪਕੜ ਕੇ ਸਾਈਡ ਤੇ ਨੱਕ ਨੂੰ ਘਿਰਣਾ ਕਰ ਲੈਂਦੇ ਹੋ ਤੇ ਰਾਤ ਨੂੰ, ਰਾਤ ਦੇ ਹਨੇਰੇ ਵਿੱਚ ਸਬੂਤੇ ਬੰਦੇ ਖਾ ਜਾਂਦੇ ਹੋ। ਮਾਨਸ ਰਾਤ ਨੂੰ, ਯਾਨੀ ਕਿ ਕਿਸੇ ਨੂੰ ਪਤਾ ਨਾ ਲੱਗਣ ਦਿਓ, ਸਬੂਤੇ ਬੰਦੇ ਭੱਖ ਜਾਂਦੇ ਹੋ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਉਹਨਾਂ ਨੂੰ ਠੱਗ ਲਿਆ, ਉਹਨਾਂ ਦਾ ਹੱਕ ਖਾ ਗਏ ਹੋ। ਉਹ ਉਦੋਂ ਤੁਹਾਡਾ ਵੈਸ਼ਨਵ ਧਰਮ ਕਿੱਥੇ ਜਾਂਦਾ ਬਈ? ਉਦੋਂ ਤੁਹਾਡਾ ਵੈਸ਼ਨੂਪੁਣਾ ਕਿੱਥੇ ਜਾਂਦਾ? ਜਦੋਂ ਕਿਸੇ ਦਾ ਹੱਕ ਖਾਂਦੇ ਹੋ, ਜਦੋਂ ਕਿਸੇ ਬੰਦੇ ਨੂੰ ਠੱਗ ਕੇ ਖਾ ਜਾਂਦੇ ਹੋ, ਉਦੋਂ ਤੁਹਾਡਾ ਹੱਕ ਕਿੱਥੇ ਜਾਂਦਾ ਹੈ? ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ। ਨੱਕ ਫੜ ਕੇ ਘੁੱਟ ਕੇ ਜੀ ਵੇਖੋ ਅਸੀਂ ਨਹੀਂ ਮਾਸ ਖਾਂਦੇ, ਲੋਕਾਂ ਨੂੰ ਵਿਖਾਵਾ ਕਰਕੇ ਵਿਖਾਉਂਦੇ ਜੇ। ਅਸਲ ਵਿੱਚ ਨਾ ਤੁਸੀਂ ਗਿਆਨ ਜਾਣਦੇ ਹੋ ਨਾ ਹੀ ਧਿਆਨ ਜਾਣਦੇ ਹੋ। ਗਿਆਨ ਧਿਆਨ ਦੋਵੇਂ ਹੀ ਤੁਹਾਨੂੰ ਨਹੀਂ ਸੁਝਦਾ। ਨਾਨਕ ਅੰਧੇ ਸਿਉ ਕਿਆ ਕਹੀਏ, ਕਹੇ ਨ ਕਹਿਆ ਬੂਝੇ। ਮਹਾਰਾਜ ਜੀ ਕਹਿੰਦੇ ਅੰਨੇ ਨੂੰ ਕੀ ਆਖੀਏ, ਅੰਨੇ ਨੂੰ ਜੋ ਮਰਜ਼ੀ ਕਹੀ ਜਾਈਏ ਉਹਨੂੰ ਸਮਝਣ ਪੈਂਦੀ ਨਹੀਂ, ਉਹਨੂੰ ਸੁਝਦਾ ਹੀ ਨਹੀਂ ਕੁਝ। ਜਿਹੜਾ ਹੈ ਹੀ ਅੰਨਾ ਉਹਨੂੰ ਕਹੀ ਜਾਓ। ਆਹ ਵੇਖੋ ਇਹ ਕੰਨਾਂ ਸੀ ਨੇਤਰਾਂ ਤੋਂ, ਤੇ ਉਹਦੇ ਨਾਲ ਦੇ ਸਾਥੀ ਕਿਤੇ ਗੁਆਂਢ ਦੇ ਵਿੱਚ ਪਿੰਡ ਸੀ ਤੇ ਉੱਥੇ ਭੰਡਾਰਾ ਸੀ, ਉੱਥੇ ਚਲੇ ਗਏ ਭੋਜਨ ਛਕਣ। ਅੰਨੇ ਨੂੰ ਲੈ ਕੇ ਨਾ ਗਏ ਤੇ ਉਹ ਵਾਪਸ ਆਏ ਤੇ ਕਹਿਣ ਲੱਗੇ ਵੀ ਅਸੀਂ ਗਏ। ਅੰਨੇ ਨੇ ਉਹਨਾਂ ਨੂੰ ਇਤਰਾਜ਼ ਪ੍ਰਗਟ ਕੀਤਾ, ਉਹ ਤੁਸੀਂ ਭੰਡਾਰਾ ਖਾ ਕੇ ਆਇਓ, ਮੈਨੂੰ ਨਹੀਂ ਲੈ ਕੇ ਗਏ। ਉਹ ਕਹਿੰਦੇ ਵੀ ਮਾਫੀ ਚਾਹੁੰਦੇ। ਕਹਿੰਦਾ ਚਲੋ ਦੱਸੋ ਕੀ ਖਾ ਕੇ ਆਇਓ? ਕਹਿੰਦੇ ਬਾਕੀ ਤਾਂ ਸਾਰਾ ਕੁਝ ਆਮ ਹੀ ਸੀ, ਰੋਟੀ, ਖੀਰ ਬੜੀ ਸਵਾਦ ਸੀ। ਅੰਨੇ ਨੇ ਕਦੀ ਖੀਰ ਨਹੀਂ ਸੀ ਖਾਧੀ। ਉਹ ਕਹਿਣ ਲੱਗਾ ਵੀ ਤੁਸੀਂ ਖੀਰ ਖਾ ਕੇ ਆਏ ਹੋ, ਵੀ ਇਹ ਕੀ ਚੀਜ਼ ਹੁੰਦੀ ਹੈ, ਕਿਹੋ ਜੀ ਹੁੰਦੀ ਹੈ ਖੀਰ? ਉਹ ਕਹਿੰਦੇ ਚਿੱਟੇ ਰੰਗ ਦੀ। ਅੰਨੇ ਨੇ ਹੁਣ ਕਿਹੜਾ ਕਦੇ ਚਿੱਟਾ ਰੰਗ ਵੇਖਿਆ ਸੀ? ਉਹ ਕਹਿੰਦਾ ਇਹ ਚਿੱਟਾ ਰੰਗ ਕਿਹੋ ਜਿਹਾ ਹੁੰਦਾ? ਕਹਿੰਦੇ ਜਿਹੋ ਜਿਹਾ ਬਗਲਾ ਹੁੰਦਾ। ਫਿਰ ਕਹਿੰਦਾ ਇਹ ਬਗਲਾ ਕਿਹੋ ਜਿਹਾ ਹੁੰਦਾ ਭਲਾ? ਅੰਨਾ ਜੋ ਸੀ, ਉਹਨਾਂ ਨੇ ਨਾਲ ਇੱਕ ਬੈਠਾ ਸੀ, ਹੱਥ ਟੇਢਾ ਜਿਹਾ ਕਰਕੇ ਇਦਾਂ ਹੱਥ ਬਣਾ ਕੇ ਨਾ ਬਗਲੇ ਵਾਂਗੂ ਸਿਰ ਨੀਵਾਂ ਜਿਹਾ ਕਰਕੇ ਉਹਦੇ ਹੱਥ 'ਚ ਫੜਾ ਕੇ ਕਹਿੰਦੇ ਇਹੋ ਜਿਹਾ ਹੁੰਦਾ। ਕਹਿੰਦਾ ਤੋਬਾ ਰੱਬ ਦੀ, ਖੀਰ ਇੰਨੀ ਟੇਢੀ ਹੁੰਦੀ ਹੈ, ਚੰਗਾ ਹੋਇਆ ਮੈਂ ਨਹੀਂ ਗਿਆ ਜਿਹੜੀ ਜਾ ਕੇ ਖਾਣੀ ਪੈਣੀ ਸੀ। ਖੀਰ ਇੰਨੀ ਟੇਢੀ ਹੁੰਦੀ ਹੈ। ਉੱਥੋਂ ਕਹਾਵਤ ਬਣੀ ਹੈ ਵੀ ਟੇਢੀ ਖੀਰ ਹੈ, ਕਿਉਂਕਿ ਅੰਨੇ ਬੰਦੇ ਨੂੰ ਸਮਝਾਓ ਨੇ ਸਮਝਣਾ ਨਹੀਂ ਹੈ। ਮਹਾਰਾਜ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਅੰਨੇ ਨੂੰ ਕੀ ਆਖੀਏ, ਜਿੰਨਾ ਕਹੋਗੇ ਕਹਿ ਨਾ ਕਹਿਆ ਬੁੱਝੈ। ਉਹਨੂੰ ਜਿੰਨਾ ਮਰਜ਼ੀ ਕਹੀਏ ਉਹਨੇ ਬੁੱਝਣਾ ਹੀ ਨਹੀਂ ਹੈ, ਉਹਨੇ ਸਮਝਣਾ ਹੀ ਨਹੀਂ ਹੈ ਜੋ ਉਹਨੂੰ ਸਮਝਾਓ। ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੈ ਸਿਲੋਚਨ ਨਾਈ। ਹੁਣ ਅੰਨੇ ਦੀ ਪਰਿਭਾਸ਼ਾ ਕੀ ਹੈ? ਜਿਹਦੀਆਂ ਅੱਖਾਂ ਨਹੀਂ ਹੁੰਦੀਆਂ ਉਹ ਅੰਨਾ। ਏਦਾਂ ਤਾਂ ਫਿਰ ਭਗਤ ਸੂਰਦਾਸ ਜੀ ਮਹਾਰਾਜ ਜੀ ਨੇਤਰਾਂ ਤੋਂ ਅੰਨੇ ਸੀ, ਫਿਰ ਤਾਂ ਉਹਨਾਂ ਤੇ ਮਹਾਰਾਜ ਜੀ ਕਹਿੰਦੇ ਅੰਨਾ ਉਹ ਨਹੀਂ ਜਿਹਦੀਆਂ ਅੱਖਾਂ ਨਹੀਂ ਹੁੰਦੀਆਂ, ਅੰਨਾ ਉਹ ਹੈ ਜਿਹਦੇ ਕੋਲ ਅੰਦਰ ਦੇ ਨੇਤਰ ਨਹੀਂ ਹੁੰਦੇ, ਗਿਆਨ ਦੀਆਂ ਨੇਕ ਅੱਖਾਂ ਨਹੀਂ ਹੁੰਦੀਆਂ। ਜਿਹੜਾ ਗਿਆਨ ਦੀਆਂ ਅੱਖਾਂ ਤੋਂ ਵੀ ਹੋਣਾ ਉਹ ਅੰਨਾ। ਉਹ ਅੰਨਾ ਨਹੀਂ ਜਿਹਦੇ ਬਾਹਰਲੇ ਹੱਡ ਚੰਮ ਦੇ ਨੇਤਰ ਨਾ ਹੋਣ, ਉਹ ਅੰਨਾ ਨਹੀਂ ਹੈ। ਜਿਹਦੇ ਕੋਲ ਹਿਰਦੇ ਰੂਪੀ ਨੇਤਰ ਨਹੀਂ ਹਨ ਉਹ ਅੰਨਾ ਹੈ। ਮਾਤ ਪਿਤਾ ਕੀ ਰਕਤ ਨਿਪੰਨੇ,
ਮੱਛੀ ਮਾਸ ਨ ਖਾਈ। ਅੰਨਾ ਉਹ ਹੈ ਜਿਹੜਾ ਅੰਨ ਕਮਾਉਂਦਾ ਹੈ, ਮਾੜੇ ਭੈੜੇ ਕਰਮ ਕਰਦਾ ਉਹ ਅੰਨਾ ਹੈ। ਮਹਾਰਾਜ ਜੀ ਕਹਿੰਦੇ ਮਾਂ ਤੇ ਪਿਓ ਦੇ ਖੂਨ ਤੋਂ ਪੈਦਾ ਹੋਇਆ, ਮਾਂ ਤੇ ਬਾਪ ਦੇ ਖੂਨ ਤੋਂ ਪੈਦਾ ਹੋਇਆ ਬੰਦਾ ਬਾਅਦ ਵਿੱਚ ਟਾਰਾਂ ਮਾਰਦਾ ਫਿਰਦਾ ਕਹਿੰਦਾ ਜੀ ਮੈਂ ਮੱਛੀ ਆਦਿਕ ਮਾਸ ਦਾ ਸੇਵਨ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਵੇਖੋ ਕਿਹੋ ਜੀ ਹੈਰਾਨੀ ਦੀ ਬਾਤ, ਮਾਂ ਤੇ ਪਿਓ ਦੇ ਖੂਨ ਤੋਂ ਪੈਦਾ ਹੋਇਆ ਬੰਦਾ ਬਾਅਦ ਵਿੱਚ ਹੰਕਾਰ ਦੇ ਵਿੱਚ, ਮਹਾਰਾਜ ਜੀ ਇਜਾਜ਼ਤ ਨਹੀਂ ਦੇ ਰਹੇ ਵੀ ਖਾਓ। ਪਾਤਸ਼ਾਹ ਜਿਹੜੇ ਹੰਕਾਰ ਦੇ ਵਿੱਚ ਨਹੀਂ ਟੁਰੇ ਫਿਰਦੇ ਜੀ, ਮੈਂ ਅੱਜ ਤਾਈਂ ਜੀ ਕਦੇ ਹੱਥ ਵੀ ਨਾ ਲਾ ਕੇ ਨਹੀਂ ਵੇਖਿਆ, ਹੰਕਾਰ ਹੀ ਕਰੀ ਫਿਰਦੇ। ਖਬਰੇ ਕਿੱਡਾ ਵੱਡਾ ਤਿਆਗ ਕੀਤਾ, ਉਹ ਇਹੀ ਸਮਝਦੇ ਆ ਵੀ ਸਭ ਤੋਂ ਵੱਡਾ ਤਿਆਗ ਹੀ ਹੈ ਵੀ ਮੀਟ ਖਾਣਾ ਛੱਡ ਦਿਓ, ਇਹ ਬੜਾ ਵੱਡਾ ਤਿਆਗ ਹੈ। ਕਈਆਂ ਨੂੰ ਇਹੀ ਬੜਾ ਹੰਕਾਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਂ ਤੇ ਪਿਓ ਦੇ ਖੂਨ ਤੋਂ ਪੈਦਾ ਹੋਇਆ ਬੰਦਾ ਹੰਕਾਰ ਦੇ ਵਿੱਚ ਕਹਿੰਦਾ ਫਿਰਦਾ ਕਿ ਜੀ ਮੈਂ ਮੱਛੀ ਦਾ ਮਾਸ ਨਹੀਂ ਖਾਧਾ ਕਦੇ, ਮੈਂ ਜਾਂ ਹੋਰ ਕੋਈ ਮਾਸ ਹੈ ਮੱਛੀ ਆਦਿਕ ਮਾਸ ਮੈਂ ਕਦੇ ਦਾ ਸੇਵਨ ਨਹੀਂ ਕੀਤਾ। ਇਸਤਰੀ ਪੁਰਖ ਹੈ ਜਾਨਿਸ ਮੇਲਾ ਉਥੇ ਮੰਦ ਕਮਾਈ। ਰਾਤ ਦੇ ਹਨੇਰੇ ਵਿੱਚ ਇਸਤਰੀ ਤੇ ਪੁਰਖ ਦਾ ਜਿਹੜਾ ਮੇਲ ਹੁੰਦਾ ਤੇ ਆਪਸ ਵਿੱਚ ਬਦ ਫੈਲੀ ਕਰਦੇ ਮੰਦ ਕਮਾਉਂਦੇ ਐ, ਉਹ ਵੀ ਤਾਂ ਮਾਸ ਹੈ, ਉਹ ਵੀ ਤਾਂ ਮਾਸ ਭਖਣ ਦੀ ਬਿਰਤੀ ਹੈ। ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੇ ਕੇ ਭਾਂਡੇ। ਮਹਾਰਾਜ ਜੀ ਕਹਿੰਦੇ ਮਾਸ ਤੋਂ ਨਿੰਮੇ ਪੈਦਾ ਹੋਏ, ਮਾਸ ਤੋਂ ਜੰਮੇ, ਅਸੀਂ ਸਾਰੇ ਮਾਸ ਦੇ ਹੀ ਭਾਂਡੇ ਆ, ਸਾਰੇ ਸਰੀਰ ਮਾਸ ਦੇ ਹੀ ਭਾਂਡੇ ਨੇ। ਇਹ ਮਾਸ ਦੇ ਹੀ ਖਿਦੋਲੜੇ ਨੇ ਜਿਹੜੇ ਇਕੱਠੇ ਕਰੀ ਬੈਠੇ ਹਾਂ। ਗਿਆਨ ਧਿਆਨ ਕਛ ਸੂਝੇ ਨਾਈ ਚਤਰ ਕਹਾਵੇ ਪਾਂਡੇ। ਮਾਸ 'ਚ ਉਲਝ ਕੇ ਰਹਿ ਗਿਆ। ਇਹ ਮਾਸ ਜਿਹਦੇ ਆਸਰੇ ਹੈ ਚੇਤਨਾ ਆਤਮਾ, ਜਿਹੜੀ ਮਾਸ ਦੀ ਨਹੀਂ ਬਣੀ, ਜਿਹੜਾ ਹੱਡ ਚੰਮ ਦਾ ਨਹੀਂ ਬਣਿਆ। ਮਹਾਰਾਜ ਜੀ ਕਹਿੰਦੇ ਪਾਂਡੇ ਉਹਦੇ ਬਾਰੇ ਗਿਆਨ ਧਿਆਨ ਨਹੀਂ ਜਾਣਦਾ, ਉਦਾਂ ਆਪਣੇ ਆਪ ਨੂੰ ਬੜਾ ਚਤਰ ਕਹਾਉਣਾ। ਗਿਆਨ ਧਿਆਨ ਨੂੰ ਸੁਝਦਾ ਨਹੀਂ, ਆਤਮਾ ਦੇ ਸਰੂਪ ਦੀ ਜਾਣਕਾਰੀ ਨਹੀਂ ਹੈ, ਔਰ ਉਦਾਂ ਆਪਣੇ ਆਪ ਨੂੰ ਪਾਂਡੇ ਚਤਰ ਕਹਾਉਂਦਾ। ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ। ਬਾਹਰ ਦੇ ਮਾਸ ਨੂੰ ਤੂੰ ਮੰਦਾ ਕਹਿਣਾ ਕਿ ਫਲਾਣੇ ਜੀਵ ਦਾ ਜਾਨਵਰ ਦਾ ਮਾਸ ਹੈ, ਤੇ ਆਪਣੇ ਘਰ ਦਾ ਮਾਸ ਉਹਨੂੰ ਤੂੰ ਚੰਗਾ ਕਹਿੰਦਾ ਹੈ। ਜੀ ਜੰਤ ਸਭ ਮਾਸੋਂ ਹੋਏ ਜੀ ਲਏ ਵਾਸੇਰਾ। ਮਹਾਰਾਜ ਜੀ ਕਹਿੰਦੇ ਜਿੰਨੇ ਜੀ ਜੰਤ ਸਭ ਮਾਸ ਦੇ ਹੋਏ ਨੇ, ਇਹ ਮਾਸ ਦੇ ਵਿੱਚ ਹੀ ਪਰਮੇਸ਼ਰ ਨੇ ਚੇਤਨਾ ਪਾਈ ਹੋਈ ਹੈ। ਅਪਖ ਪਖੇ ਪਖ ਤਜ ਛੋਡੇ ਅੰਧ ਗੁਰੂ ਜਿਨ ਕੇਰਾ। ਮਹਾਰਾਜ ਜੀ ਕਹਿੰਦੇ ਆ ਵੀ ਜਿਹੜਾ ਨਾ ਖਾਣ ਵਾਲਾ ਉਹ ਤਾਂ ਖਾਈ ਜਾਂਦਾ, ਜਿਹੜਾ ਖਾਣਾ ਉਹਨੂੰ ਖਾਂਦਾ ਨਹੀਂ। ਅਪਖ ਪਖੈ, ਜਿਹੜਾ ਨਾ ਖਾਣ ਵਾਲਾ ਉਹਨੂੰ ਖਾ ਲੈਂਦਾ, ਪੱਖ ਤਜ ਛੋਡਾ, ਜਿਹੜਾ ਖਾਣ ਵਾਲਾ ਉਹਨੂੰ ਛੱਡ ਦਿੰਦਾ। ਉਦਾਂ ਕਹਿੰਦਾ ਮੈਂ ਮਾਸ ਨਹੀਂ ਖਾਂਦਾ, ਪਰ ਜਦੋਂ ਕਿਸੇ ਬੰਦੇ ਨੂੰ ਠੱਗ ਕੇ ਖਾਣਾ ਬਈ, ਉਹਦੇ ਬਾਰੇ ਕਿੱਥੇ ਲਿਖਿਆ, ਕਿਹੜਾ ਸ਼ਾਸਤਰ ਕਹਿੰਦਾ ਵੀ ਬੰਦੇ ਨੂੰ ਠੱਗ ਕੇ ਖਾ ਲੈ? ਬੰਦਾ ਖਾਣਾ ਜ਼ਿਆਦਾ ਵੱਡਾ ਪਾਪ ਹੋ ਗਿਆ, ਜਿਉਂਦਾ ਜਾਗਦਾ ਜਾਂ ਕੋਈ ਜਾਨਵਰ? ਜਾਨਵਰ ਨਹੀਂ ਖਾਦਾ ਤੇ ਬੰਦਿਆਂ ਨੂੰ ਖਾ ਲਿਆ। ਨਾ ਖਾਣ ਵਾਲੀ ਚੀਜ਼ ਭੱਖੀ ਜਾਂਦਾ ਹੈ, ਜਿਹੜੀ ਭਖਣੀ ਹੈ ਯਾਨੀ ਕਿ ਜਿਹੜੇ ਆਤਮ ਤੱਤ ਨੂੰ ਜਾਣਨਾ ਉਹਨੂੰ ਨਹੀਂ ਜਾਣਦਾ। ਉਸ ਪਾਸੇ ਅੰਧ ਗੁਰੂ ਜਨ ਕੇਰਾ। ਇਹੋ ਜਿਹੇ ਜਿਹੜੇ ਅੰਨੇ ਨੇ ਨਾ, ਇਹ ਉਹ ਨੇ ਜਿਨ੍ਹਾਂ ਦੇ ਗੁਰੂ ਵੀ ਅੰਨੇ ਨੇ, ਜਿਨ੍ਹਾਂ ਨੇ ਗਿਆਨ ਹੀ ਨਹੀਂ ਦਿੱਤਾ ਆਪਣੇ ਚੇਲਿਆਂ ਨੂੰ ਇਹੋ ਜਿਹਾ। ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਪਾਂਡੇ। ਮਹਾਰਾਜ ਜੀ ਕਹਿੰਦੇ ਮਾਸ ਤੋਂ ਪੈਦਾ ਹੋਏ, ਮਾਸ ਤੋਂ ਹੀ ਬਣੇ, ਅਸੀਂ ਸਭ ਮਾਸ ਦੇ ਹੀ ਭਾਂਡੇ ਹਾਂ। ਗਿਆਨ ਧਿਆਨ ਕਛ ਸੂਝੇ ਨਾਈ ਚਤਰ ਕਹਾਵੇ ਪਾਂਡੇ। ਨਾ ਗਿਆਨ ਨੂੰ ਸੁਝਦਾ, ਨਾ ਧਿਆਨ ਇਹਨੂੰ ਧਿਆਨ ਇਹਨੂੰ ਸੁਝਦਾ, ਤੇ ਉਦਾਂ ਇਹ ਪਾਂਡੇ ਆਪਣੇ ਆਪ ਨੂੰ ਚਤਰ ਕਹਾਉਂਦਾ, ਸਿਆਣਾ ਕਹਾਉਂਦਾ। ਮਾਸ ਪੁਰਾਣੀ ਮਾਸ ਕਤੇਬੀ ਚੌ ਯੁਗ ਮਾਸ ਕਮਾਣਾ। ਮਹਾਰਾਜ ਜੀ ਕਹਿੰਦੇ ਆ ਪੁਰਾਣਾ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ, ਪੁਰਾਣਾ ਵਿੱਚ ਬਕਾਇਦਾ ਮਾਸ ਦਾ ਜ਼ਿਕਰ ਆਉਂਦਾ ਵੀ ਯੱਗ 'ਚ ਮਾਸ ਵਰਤਿਆ ਜਾਂਦਾ ਹੈ।
ਜਾਂ ਜਿਹੜੇ ਰਾਜੇ ਨੇ ਉਹ ਮਾਸ ਖਾਂਦੇ ਆ, ਸ਼ਿਕਾਰ ਖੇਡਦੇ ਆ। ਜਿਹੜੇ ਮੁਸਲਮਾਨੀ ਗ੍ਰੰਥ ਨੇ ਕਿਤਾਬਾਂ, ਉਹਨਾਂ ਵਿੱਚ ਵੀ ਮਾਸ ਦਾ ਜ਼ਿਕਰ ਆਉਂਦਾ ਹੈ। ਚਾਰਾਂ ਯੁੱਗਾਂ ਦੇ ਵਿੱਚ ਜਿੰਨੇ ਵੀ ਗ੍ਰੰਥ ਲਿਖੇ ਗਏ ਪਹਿਲਾਂ, ਮਹਾਰਾਜ ਜੀ ਕਹਿੰਦੇ ਉਹਨਾਂ ਸਾਰਿਆਂ ਵਿੱਚ ਮਾਸ ਦਾ ਵੇਰਵਾ ਆਉਂਦਾ ਹੈ। ਜੱਜ ਕਾਜ ਵਿਆ ਸੁਹਾਵੇ, ਉਥੇ ਮਾਸ ਸਮਾਣਾ। ਹਵਨ ਕਰਨਾ ਹੋਵੇ, ਪੂਜਾ ਕਰਨੀ ਹੋਵੇ ਤਾਂ ਮਾਸ ਦੀ ਵਰਤੋਂ। ਵਿਆਹ ਆਦਿਕ ਸ਼ਾਦੀਆਂ ਦੇ ਲੋਕ ਕੰਮ ਕਰਦੇ ਆ, ਵਿਆਹ ਸੁਹਾਵਾ, ਉੱਥੇ ਵੀ ਮਾਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤਰੀ ਪੁਰਖ ਨਿਪਜੇ ਮਾਸੋਂ, ਪਾਤਸ਼ਾਹ ਸੁਲਤਾਨਾ। ਜਿੰਨੀਆਂ ਇਸਤਰੀਆਂ ਨੇ, ਜਿਤਨੇ ਪੁਰਖ ਨੇ, ਜਿਤਨੇ ਪਾਤਸ਼ਾਹ ਨੇ, ਜਿਤਨੇ ਸੁਲਤਾਨ ਨੇ, ਇਹ ਸਭ ਮਹਾਰਾਜ ਜੀ ਕਹਿੰਦੇ ਮਾਸ ਤੋਂ ਹੀ ਪੈਦਾ ਹੋਏ ਹਨ। ਜੇ ਓਏ ਦੇਸੇ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਮਹਾਰਾਜ ਜੀ ਕਹਿੰਦੇ ਪੰਡਤ ਜੀ, ਤੁਸੀਂ ਕਹਿੰਦੇ ਹੋ ਇਹ ਜਿਹੜੇ ਰਾਜੇ ਨੇ, ਸੁਲਤਾਨ ਨੇ, ਇਹ ਮਾਸ ਖਾਂਦੇ ਆ, ਨਰਕਾਂ 'ਚ ਜਾਣਗੇ। ਮਹਾਰਾਜ ਜੀ ਕਹਿੰਦੇ ਜੇ ਉਹ ਨਰਕ ਜਾਂਦੇ ਦਿਸਦੇ ਨੇ ਤੁਹਾਨੂੰ, ਤੇ ਤੁਸੀਂ ਉਹਨਾਂ ਕੋਲੋਂ ਜਾ ਕੇ ਦਾਨ ਕਿਉਂ ਲੈ ਕੇ ਖਾਂਦੇ ਹੋ ਬਈ? ਉਹ ਨਰਕਾਂ 'ਚ ਜਾਣ ਵਾਲਿਆਂ ਕੋ ਦਾਨ ਲੈ ਕੇ ਤੁਸੀਂ ਸਵਰਗਾਂ ਨੂੰ, ਉਹ ਨਰਕਾਂ ਨੂੰ। ਬੜਾ ਖੂਬ ਹੈ ਇਹ ਤਾਂ ਕੰਮ, ਇਹ ਤਾਂ ਬੜਾ ਵਧੀਆ ਤੁਹਾਡੀ ਆਪਣੀ ਧਾਰਨਾ ਬਣਾਈ ਹੋਈ ਵੀ ਜੇ ਉਹ ਨਰਕ ਜਾਂਦੇ ਦਿਸਦੇ ਨੇ ਤੁਹਾਨੂੰ, ਤੁਸੀਂ ਕਿਉਂ ਦਾਨ ਲੈਂਦੇ ਉਹਨਾਂ ਕੋਲੋਂ? ਪਾਤਸ਼ਾਹ ਦਾ ਇੱਕ ਇੱਕ ਬਚਨ ਇਹੋ ਜਿਹਾ ਪੱਕਾ ਬਚਨ ਹੈ ਵੀ ਜਵਾਬ ਨਹੀਂ ਸੀ ਉੱਠਦਾ ਇਹਨਾਂ ਪੰਡਤਾਂ ਨੂੰ। ਇਹ ਸੰਨਿਆਸੀਆਂ ਦੇ ਮੂੰਹ 'ਚ ਦੰਦਲ ਪੈ ਗਈ ਸੀ ਬੋਲਣ ਵੇਲੇ ਵੀ ਹੁਣ ਕੀ ਜਵਾਬ ਦੇਈਏ ਇਹਨਾਂ ਨੂੰ। ਮਹਾਰਾਜ ਜੀ ਕਹਿੰਦੇ ਉਹ ਵੱਡੇ ਵੱਡੇ ਸੁਲਤਾਨਾਂ ਪਾਤਸ਼ਾਹਾਂ ਦੇ ਕੋਲੋਂ ਤੁਸੀਂ ਦਾਨ ਲੈ ਕੇ ਖਾਂਦੇ ਹੋ, ਉਹਨਾਂ ਨੂੰ ਕਹਿੰਦੇ ਉਹ ਨਰਕ ਜਾਂਦੇ ਨੇ। ਜੇ ਉਹ ਨਰਕ ਜਾਂਦੇ ਨੇ ਫਿਰ ਉਹਨਾਂ ਦਾ ਦਾਨ ਲੈ ਕੇ ਕਿਉਂ ਖਾਂਦੇ ਹੋ ਬਈ ਤੁਸੀਂ? ਹਾਂਜੀ। ਦਿੰਦਾ ਨਰਕ ਸੁਰਗ ਲੈਂਦੇ, ਦੇਖੋ ਇਹੋ ਧਿਆਣਾ। ਮਹਾਰਾਜ ਜੀ ਕਹਿੰਦੇ ਆ ਵੀ ਦੇਣ ਵਾਲਾ ਜਿਹੜਾ ਦਾਨ ਦੇਵੇ ਉਹ ਨਰਕ 'ਚ ਜਾਵੇ, ਜਿਹੜਾ ਤੁਹਾਡੇ ਵਰਗਾ ਪੰਡਾ ਵਿਹਲੜ ਜਾ ਕੇ ਉਹਨਾਂ ਕੋਲੋਂ ਦਾਨ ਲਵੇ ਉਹ ਸਵਰਗ 'ਚ ਜਾਵੇ। ਕਹਿੰਦੇ ਵਾਹ ਕਿਆ ਧੰਗਾਣਾ ਹੈ, ਦੇਖੋ ਇਹੋ ਧੰਗਾਣਾ। ਧੰਗਾਣਾ ਕਹਿੰਦੇ ਦੇਖੋ, ਧੰਗਾਣਾ ਕਹਿੰਦੇ ਤਿੰਗੋ ਜੋਰੀ ਨੂੰ। ਕਹਿੰਦੇ ਤਾਂ ਵੇਖੋ ਤਿੰਗੋ ਜੋਰੀ ਕਿਹੋ ਜਿਹੀ ਆ ਤੁਹਾਡੀ। ਜਿਹੜਾ ਦਾਨ ਦੇਵੇ ਉਹ ਨਰਕ ਨੂੰ ਜਾਏਗਾ, ਜਿਹੜਾ ਦਾਨ ਲਵੇਗਾ ਉਹ ਸਵਰਗ ਨੂੰ ਜਾਏਗਾ। ਇਹ ਤਾਂ ਭਾਈ ਫਿਰ ਬੜਾ ਧੰਗਾਣਾ, ਇਹ ਤਾਂ ਬੜਾ ਜ਼ੋਰ ਹੋ ਰਿਹਾ, ਇਹ ਤਾਂ ਬੜਾ ਜ਼ੁਲਮ ਹੈ ਫਿਰ ਤਾਂ। ਹਾਂਜੀ। ਆਪ ਨਾ ਬੂਝੇ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਆਪ ਤੁਸੀਂ ਇਸ ਗੱਲ ਨੂੰ ਬੁੱਝਦੇ ਨਹੀਂ, ਲੋਕਾਂ ਨੂੰ ਬੁਝਾਉਂਦੇ ਫਿਰਦੇ ਹੋ। ਬੜੇ ਸਿਆਣੇ ਬਣ ਬਣ ਕੇ, ਖਰੇ ਸਿਆਣੇ ਬਣ ਬਣ ਕੇ ਆਪ ਨਹੀਂ ਬੁੱਝਦੇ, ਲੋਕਾਂ ਨੂੰ ਬੁਝਾਉਂਦੇ ਹੋ ਤੇ ਆਪ ਖਰੇ ਸਿਆਣੇ ਬਣ ਬੈਠੇ ਹੋ ਕਿ ਸਾਡੇ ਵਰਗਾ ਸਿਆਣਾ ਕੋਈ ਨਹੀਂ, ਸਾਡੇ ਵਰਗਾ ਖਰਾ ਕੋਈ ਨਹੀਂ। ਤੇ ਜੇ ਲੋਕਾਂ ਨੂੰ ਬੁਝਾਉਂਦੇ ਫਿਰਦੇ ਹੋ, ਤੁਸੀਂ ਆਪ ਨਹੀਂ ਬੁੱਝਣਾ। ਅਵਰਾ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਦੂਜਿਆਂ ਨੂੰ ਉਪਦੇਸ਼ ਦੇ ਕੇ। ਸਾਸਤ ਵੇਦ ਬਕੈ ਖੜੋ ਭਾਈ, ਸਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸੁਣ ਪੰਡਤ ਕਰਮਾਕਾਰੀ, हे ਕਰਮਕਾਂਡੀ ਪੰਡਤ ਸੁਣ, ਦੂਜਿਆਂ ਨੂੰ ਖਲੋ ਖਲੋ ਕੇ ਲੈਕਚਰ ਦਿੰਨਾ, ਉਪਦੇਸ਼ ਦਿੰਨਾ, ਆਪ ਤੂੰ ਭੈੜੇ ਕਰਮ, ਸੰਸਾਰਾਂ ਦੇ ਕਰਮ ਦੇ ਵਿੱਚ ਪ੍ਰਵਿਰਤ ਹੋ ਰਿਹਾ। ਔਰਨ ਕਹੇ ਉਪਦੇਸਤ ਹੈ ਪਸ, ਕਲਗੀਧਰ ਸੁਆਮੀ ਸਾਹਿਬ ਇਕਬਾਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਬਦ ਹਜ਼ਾਰੇ ਪਾਵਨ ਬਾਣੀ 'ਚ ਬਚਨ ਕਰਦੇ ਆ। ਔਰਨ ਕਹੇ ਉਪਦੇਸਤ ਹੈ ਪਸ, ਤੋਹੇ ਪ੍ਰਬੋਧ ਨ ਲਾਗੈ। ਉਹ ਪਸ਼ੂਆ, ਉਹ ਜਾਨਵਰਾ, ਦੂਜਿਆਂ ਨੂੰ ਉਪਦੇਸ਼ ਦੇਣਾ, ਤੈਨੂੰ ਇਹ ਉਪਦੇਸ਼ ਦਾ ਗਿਆਨ ਨਹੀਂ ਲੱਗਦਾ? ਇਹ ਗਿਆਨ ਤੇਰੇ ਵਾਸਤੇ ਨਹੀਂ ਜਿਹੜਾ ਦੂਜਿਆਂ ਨੂੰ ਦਿੰਦਾ ਫਿਰਦਾ। ਮਹਾਰਾਜ ਜੀ ਇੱਥੇ ਕਹਿ ਰਹੇ ਨੇ ਗੁਰੂ ਬਾਬਾ ਜੀ, ਆਪ ਨਾ ਬੁੱਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਆਪ ਨਹੀਂ ਬੁੱਝਦਾ, ਲੋਕਾਂ ਨੂੰ ਪੰਡਤ ਜੀ ਬੁਝਾਉਂਦੇ ਫਿਰਦੇ, ਜਣਾਉਂਦੇ ਫਿਰਦੇ ਹੋ। ਪਾਂਡੇ ਬੜਾ ਸਿਆਣਾ, ਇਹ ਤਾਂ ਬੜਾ ਤੂੰ ਆਪਣੇ ਆਪ ਨੂੰ ਖਰਾ ਤੇ ਸਿਆਣਾ ਬਣਦਾ। ਪਾਂਡੇ ਤੂੰ ਜਾਣੇ ਹੀ ਨਾਈ, ਕਿੱਥੋਂ ਮਾਸ ਉਪੰਨਾ। ਇਹ ਪਾਂਡੇ ਤੂੰ ਜਾਣਦਾ ਹੀ ਨਹੀਂ ਇਹ ਮਾਸ ਪੈਦਾ ਕਿੱਥੋਂ ਹੋਇਆ, ਤੂੰ ਇਹਦੇ ਬਾਰੇ ਜਾਣਦਾ ਹੀ ਨਹੀਂ।
ਤੈਨੂੰ ਇਹਦੀ ਜਾਣਕਾਰੀ ਨਹੀਂ ਹੈ ਵੀ ਇਹ ਮਾਸ ਕਿੱਥੋਂ ਪੈਦਾ ਹੋਇਆ, ਇਹਦੇ ਬਾਰੇ ਤੈਨੂੰ ਕੋਈ ਸੋਝੀ ਨਹੀਂ ਹੈ। ਤੋਇਓ ਅੰਨ ਕਮਾਦ ਕਪਾਹਾ, ਤੋਇਓ ਤ੍ਰਿਪਵਨ ਗੰਨਾ। ਤੋਇਓ ਸ਼ਬਦ ਦਾ ਅਰਥ ਹੁੰਦਾ ਪਾਣੀ। ਮਹਾਰਾਜ ਜੀ ਕਹਿੰਦੇ ਆ, ਤੋਖਣਾ ਕਹਿ ਦਿੰਦੇ ਨਾ ਆਪਾਂ, ਕਿਸੇ ਨੂੰ ਤੋਖ ਦਿਓ, ਯਾਨੀ ਕਿ ਕਿਸੇ ਦੀ ਪਿਆਸ ਬੁਝਾ ਦਿਓ। ਪਿਆਸ ਕਾਹਦੇ ਨਾਲ ਬੁਝਾਈ ਜਾਂਦੀ ਹੈ? ਪਾਣੀ ਨਾਲ। ਤੋਇਓ ਦਾ ਮਤਲਬ ਹੁੰਦਾ ਪਾਣੀ। ਮਹਾਰਾਜ ਜੀ ਕਹਿੰਦੇ ਪਾਣੀ ਤੋਂ ਅੰਨ ਪੈਦਾ ਹੋਇਆ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ, ਇਹ ਪਾਣੀ ਤੋਂ ਸਭ ਕੁਝ ਪੈਦਾ ਹੋਇਆ। ਪਾਣੀ ਤੋਂ ਅੰਨ ਪੈਦਾ ਹੋਇਆ, ਪਾਣੀ ਤੋਂ ਕਮਾਦ ਪੈਦਾ ਹੋਇਆ। ਤੋਇਓ ਅੰਨ ਕਮਾਦ ਕਪਾਹ, ਆ ਜਿਹੜਾ ਕੱਪੜਾ ਪਾਉਂਦੇ ਆ ਕਪਾਹ ਦਾ ਬਣਿਆ, ਮਹਾਰਾਜ ਜੀ ਕਹਿੰਦੇ ਵੀ ਪਾਣੀ ਤੋਂ ਪੈਦਾ ਹੋਇਆ। ਤੋਇਓ ਤ੍ਰਿਭਵਨ ਗੰਨਾ, ਇਹ ਜਿਹੜੇ ਤਿੰਨੇ ਭਵਨ ਨਜ਼ਰ ਆਉਂਦੇ ਜੀ ਜੰਤ, ਇਹ ਸਭ ਪਾਣੀ ਤੋਂ ਪੈਦਾ ਹੋਏ ਨੇ। ਗੰਨਾ ਦਾ ਮਤਲਬ ਕੌਣ ਗਿਣੇ ਇਹਨਾਂ ਬਾਰੇ, ਕਿਹਨੂੰ ਕਿਹਨੂੰ ਗਿਣੀਏ? ਗੰਨਾ ਦਾ ਅਰਥ ਵੈਸੇ ਕਮਾਦ ਵੀ ਕੀਤਾ ਹੋਇਆ, ਵੀ ਪਾਣੀ ਤੋਂ ਹੀ ਗੰਨਾ ਕਮਾਦ ਪੈਦਾ ਹੁੰਦਾ ਹੈ। ਪਰ ਗੰਨਾ ਦਾ ਅਰਥ ਇੱਕ ਬੜਾ ਪਿਆਰਾ ਅਰਥ ਜਿਹੜਾ ਮੈਨੂੰ ਚੰਗਾ ਲੱਗਾ, ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਗੰਨਾ ਦਾ ਮਤਲਬ ਹੁੰਦਾ ਗਿਣਤੀ। ਗਨਾ ਆਪਾਂ ਕਹਿੰਦੇ ਨਾ, ਗੰਨਾ ਕੌਣ ਗਿਣੇ ਵੀ ਕਿਹੜੀ ਕਿਹੜੀ ਚੀਜ਼ ਪਾਣੀ ਤੋਂ ਪੈਦਾ ਹੋਈ? ਗਿਣਤੀ ਹੋ ਸਕਦੀ ਹੈ ਭਲਾ? ਗਿਣੇ ਹੀ ਨਹੀਂ ਜਾ ਸਕਦੇ। ਪਾਣੀ ਤੋਂ ਹੀ ਸਭ ਕੁਝ ਬਣਿਆ, ਸਭ ਕੁਝ ਜਲ ਤੋਂ ਹੀ ਪੈਦਾ ਹੋ ਰਿਹਾ ਹੈ। ਪਾਣੀ ਹੀ ਸਾਰਿਆਂ ਤੋਂ ਪੈਦਾ, ਪਾਣੀ ਸਭ ਨੂੰ ਪੈਦਾ ਕਰ ਰਿਹਾ ਹੈ। ਤੋਆ ਆਖੇ ਹੋਂ ਬੋ ਬਿਦੇ ਅੱਛਾ, ਤੋਐ ਬਹੁਤ ਵਿਕਾਰਾ। ਮਹਾਰਾਜ ਜੀ ਕਹਿੰਦੇ ਆ, ਪਾਣੀ ਨੂੰ ਵਰਤ ਕੇ ਕਹਿੰਦਾ ਹਾਂ ਮੈਂ ਸਾਫ਼ ਹੋ ਗਿਆ। ਉਹੀ ਪਾਣੀ ਨੂੰ ਜਦੋਂ ਸਰੀਰ ਤੇ ਲਾਉਂਦਾ ਕਹਿੰਦਾ ਮੈਂ ਅੱਛਾ ਹੋ ਗਿਆ, ਪਵਿੱਤਰ ਹੋ ਗਿਆ। ਜੇ ਤੂੰ ਮਾਸ ਨੂੰ ਮਾੜਾ ਕਹਿਣਾ ਤਾਂ ਮਹਾਰਾਜ ਜੀ ਕਹਿੰਦੇ ਫਿਰ ਪਹਿਲਾਂ ਪਾਣੀ ਨੂੰ ਕਹੋ ਵੀ ਇਹ ਪਾਣੀ ਵਿਕਾਰੀ ਹੈ, ਇਹਦੇ ਵਿੱਚ ਇਹ ਪਵਿੱਤਰ ਨਹੀਂ ਹੈ, ਇਹ ਵੀ ਮਾੜਾ ਹੈ। ਜੇ ਪਾਣੀ ਤੋਂ ਸਭ ਕੁਝ ਪੈਦਾ ਹੋ ਰਿਹਾ ਹੈ, ਫਿਰ ਪਾਣੀ ਨੂੰ ਮਾੜਾ ਕਹੋ, ਫਿਰ ਕਹੋ ਵੀ ਪਾਣੀ 'ਚ ਵਿਕਾਰ ਹੈ ਜੀ। ਉਹੀ ਪਾਣੀ ਵਰਤ ਕੇ ਕਹਿੰਦੇ ਹੋ ਅਸੀਂ ਅੱਛੇ ਹੋ ਗਏ, ਪਵਿੱਤਰ ਹੋ ਗਏ। ਉਸੇ ਪਾਣੀ ਤੋਂ ਇਹ ਸਾਰੇ ਜੀ ਜੰਤ ਪੈਦਾ ਹੋ ਰਹੇ ਨੇ, ਉਹਨਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ। ਇਹ ਕਿਵੇਂ ਹੋ ਸਕਦਾ ਵੀ ਜਿਹੜੀ ਚੀਜ਼ ਤੋਂ ਪੈਦਾ ਹੋਣ ਉਹ ਚੰਗੀ, ਜਿਹੜੇ ਪੈਦਾ ਹੋਏ ਉਹ ਮਾੜੇ? ਇਹ ਦੋਵੇਂ ਗੱਲਾਂ ਸਹੀ ਨਹੀਂ ਹਨ। ਤੁਹਾਡਾ ਇਹ ਪੈਮਾਨਾ ਸਹੀ ਨਹੀਂ ਹੈ। ਇਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ। ਮਹਾਰਾਜ ਜੀ ਕਹਿੰਦੇ ਕੱਲਾ ਮਾਸ ਛੱਡ ਕੇ ਤੁਸੀਂ ਹੈਂਕੜ 'ਚ ਟੁਰੇ ਫਿਰਦੇ, ਅਸੀਂ ਵੈਸ਼ਨਵ, ਅਸੀਂ ਵੈਸ਼ਨੂ। ਮਹਾਰਾਜ ਜੀ ਕਹਿੰਦੇ ਪਾਣੀ ਤੋਂ ਬਣੀਆਂ ਜਿੰਨੀਆਂ ਚੀਜ਼ਾਂ ਨੇ ਸਭ ਨੂੰ ਤਿਆਗ ਕੇ ਸੰਨਿਆਸੀ ਬਣੋ, ਫਿਰ ਅਸੀਂ ਕਹਾਂਗੇ ਤੁਸੀਂ ਸੰਨਿਆਸੀ ਤੇ ਵੈਸ਼ਨੂ ਆ। ਪਹਿਲਾਂ ਕੱਲਾ ਮਾਸ ਛੱਡ ਕੇ ਤੁਸੀਂ ਕਹਿੰਦੇ ਹੋ ਪਸ਼ੂ ਕਿਸੇ ਜਾਨਵਰ ਦਾ ਵੀ ਅਸੀਂ ਵੈਸ਼ਨਵ ਆ। ਮਹਾਰਾਜ ਕਹਿੰਦੇ ਪਾਣੀ ਤੋਂ ਜਿੰਨੇ ਪੈਦਾ ਹੋਏ ਰਸ ਨੇ, ਪਹਿਲਾਂ ਇਹਨਾਂ ਸਾਰਿਆਂ ਨੂੰ ਛੱਡੋ, ਸਾਰਿਆਂ ਦਾ ਤਿਆਗ ਕਰੋ, ਫਿਰ ਤੁਸੀਂ ਸੰਨਿਆਸੀ ਹੋ। ਫਿਰ ਤੁਸੀਂ ਕਹਿ ਸਕਦੇ ਹੋ ਅਸੀਂ ਵੈਸ਼ਨਵ ਹਾਂ। ਫਿਰ ਅਸੀਂ ਕਹਿ ਸਕਦੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਇਹ ਵਿਚਾਰ ਤੁਹਾਡੇ ਲਈ ਕਹੀ ਜਾ ਸਕਦੀ ਹੈ ਕਿ ਤੁਸੀਂ ਸੰਨਿਆਸੀ ਹੋ ਜਾਂ ਤੁਸੀਂ ਵੈਸ਼ਨਵ ਹੋ। ਚੋਪਈ ਮਾਸ ਮਾਸ ਕਰਕੇ ਅਗਿਆਨੀ। ਵੈਸ਼ਨਵ ਉਹ ਹੈ ਜਿਹਦੇ ਤੇ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਸੰਨਤਾ ਹੋ। ਵੈਸ਼ਨਵ ਉਹ ਹੈ। ਮਾਸ ਮਾਸ ਕਰਕੇ ਮੂਰਖ ਤੇ ਅਗਿਆਨੀ ਮਨੁੱਖ। ਮੂਰਖ ਝਗਰੇ ਆਨ ਗੁਮਾਨੀ। ਗੁਮਾਨੀ ਤੇ ਹੰਕਾਰੀ ਬੰਦੇ ਮੂਰਖ ਆਪੋ ਚ ਝਗੜੀ ਜਾਂਦੇ ਨੇ। ਗਿਆਨ ਬੈਨ ਕੋ ਸਮਝੇ ਨਾਈ। ਜਿਹੜੀ ਗਿਆਨ ਦੀ ਗੱਲ ਹੈ ਉਹਨੂੰ ਨਹੀਂ ਸਮਝਦੇ, ਗਿਆਨ ਕੀ ਹੈ ਉਹਨੂੰ ਨਹੀਂ ਸਮਝਦੇ। ਗਿਆਨ ਤੋਂ ਬਿਰਵੇ ਨੇ, ਗਿਆਨ ਤੋਂ ਵੀ ਹੋਣੇ ਨੇ, ਮਾਸ ਵਿੱਚ ਉਲਝੇ ਹੋਏ ਨੇ। ਜਿਹੜੀ ਆਤਮਾ ਹੈ ਜੋ ਮਾਸ ਦੀ ਨਹੀਂ, ਉਹਦੇ ਬਾਰੇ ਜਾਣਕਾਰੀ ਨਹੀਂ, ਬਾਰ-ਬਾਰ ਹੀ ਉੱਤੇ ਉੱਤੇ ਹੀ ਫਰੇ ਭਰਮ ਚ ਪਏ ਹੋਏ ਨੇ। ਮਹਾਰਾਜ ਜੀ ਕਹਿੰਦੇ ਗਿਆਨ ਨੂੰ ਨਹੀਂ ਬੁੱਝਦੇ। ਰਚੇ ਦੰਭ ਨਿਜ ਮਾਨ ਵਧਾਈ। ਪਖੰਡ ਚ ਰਚੇ ਹੋਏ ਆਪਣਾ ਮਾਣ ਵਧਾਉਣ ਖਾਤਰ ਜੀ ਅਸੀਂ ਮਾਸ ਨਹੀਂ ਖਾਂਦੇ, ਅਸੀਂ ਮਾਸ ਦਾ ਸੇਵਨ ਨਹੀਂ ਕਰਦੇ, ਹੰਕਾਰ ਤੇ ਪਖੰਡ ਚ ਟੁਰੇ ਫਿਰਦੇ ਐ।
ਹੈਂਕੜ 'ਚ ਹੀ ਟੁਰੇ ਫਿਰਦੇ ਐ। ਏਦਾਂ ਸੰਸਾਰ ਦੇ ਵਿੱਚ ਆਪਣਾ ਮਾਣ ਵਧਾਉਣ ਵਾਸਤੇ ਲੋਕਾਂ ਵਿੱਚ ਆਪਣੇ ਮੂੰਹ ਆਪ ਹੀ ਆਪਣੇ ਸੋਹਲੇ ਗਾਉਂਦੇ ਫਿਰਦੇ ਹੁੰਦੇ ਐ ਜੀ ਅਸੀਂ ਨਹੀਂ ਕੁਝ ਖਾਂਦੇ ਪੀਂਦੇ, ਅਸੀਂ ਨਹੀਂ ਜੀ ਆਹ ਚੀਜ਼ ਦਾ ਕੋਈ ਸੇਵਨ ਕੀਤਾ ਜੀ। ਏਦਾਂ ਹੰਕਾਰ ਦੇ ਵਿੱਚ ਟੁਰੇ ਫਿਰਦੇ ਹੁੰਦੇ ਨੇ, ਗਿਆਨ ਨੂੰ ਨਹੀਂ ਜਾਣਦੇ। ਆਤਮ ਰੂਪ ਭੁਲਾਵਣ ਜੀ, ਜਿਹੜਾ ਆਤਮਾ ਦਾ ਰੂਪ ਹੈ ਉਹਨੂੰ ਭੁੱਲਿਆ ਹੋਇਆ, ਉਹ ਨਹੀਂ ਚੇਤੇ ਕਿ ਮੇਰੀ ਆਤਮਾ ਦਾ ਸਵਰੂਪ, ਉਹ ਤਾਂ ਯਾਦ ਹੀ ਨਹੀਂ ਹੈ। ਗੱਲ ਤਾਂ ਆਤਮਾ ਦੀ ਹੈ, ਆਤਮਾ ਨੂੰ ਜਾਣਿਆ ਹੀ ਨਹੀਂ, ਆਤਮਾ ਨੂੰ ਬੁੱਝਿਆ ਹੀ ਨਹੀਂ। ਲਖੇ ਸਤ ਤਨ ਆਮਿਕ ਸੋਈ, ਔਰ ਆ ਜਿਹੜਾ ਸਰੀਰ ਮਾਸ ਦਾ ਬਣਿਆ ਇਹਨੂੰ ਹੀ ਸੱਚ ਸਮਝੀ ਬੈਠੇ ਨੇ। ਇਹ ਜਿਹੜਾ ਤਨ ਮਾਸ ਦਾ ਬਣਿਆ ਇਹਨੂੰ ਸੱਚ ਸਮਝੀ ਬੈਠੇ ਹਨ। ਆਤਮ ਤੀਨੋਂ ਕਾਲ ਨਿਰਾਲਾ, ਇਹ ਭਾਈ ਇਹ ਜਾਣ ਲਓ ਕਿ ਜਿਹੜੀ ਆਤਮਾ ਹੈ ਉਹ ਤਿੰਨਾਂ ਕਾਲਾਂ ਵਿੱਚ ਇਸ ਸਰੀਰ ਤੋਂ ਨਿਰਾਲੀ ਹੈ, ਉਹ ਤਿੰਨਾਂ ਕਾਲਾਂ ਵਿੱਚ ਇਸ ਸਰੀਰ ਤੋਂ ਵੱਖਰੀ ਹੈ। ਲਿਪੇ ਨ ਕਹਤੇ ਰਹਿਤੀ ਉਜਾਲਾ, ਉਹ ਆਤਮਾ ਕਦੇ ਵੀ ਕਿਤੇ ਲਿਪਾਏਮਾਨ ਨਹੀਂ ਹੁੰਦੀ, ਉਹ ਸਦਾ ਉਜਵਲ ਹੈ, ਉਹ ਸਦਾ ਹੀ ਪ੍ਰਕਾਸ਼ ਰੂਪ ਹੈ। ਦੇਹ ਅਸਤ ਦਿਸੈ ਬਿਦ ਤਾਰੀ, ਇਹ ਜਿਹੜੀ ਦੇਹ ਹੈ ਇਹ ਅਸਤ ਹੈ, ਇਹ ਦਿਸਦੀ ਹੈ ਬਾਹਰ ਸੰਸਾਰ ਦੇ ਵਿੱਚ ਪ੍ਰਗਟ। ਆਏ ਜੇ ਪਰਾਰ ਬਾਦੇ ਅਨੁਸਾਰੀ, ਇਹ ਦੇ ਪਰਾਲਬ ਦੇ ਅਨੁਸਾਰ ਮਿਲਦੀ ਹੈ, ਪ੍ਰਾਪਤ ਹੁੰਦੀ ਹੈ। ਲਖ ਕੈ ਸ਼ਾਸਤਰ ਵਿਧੀ ਸੰਯੁਕਤਾ, ਜਿਹੜਾ ਸ਼ਾਸਤਰਾਂ ਦੀ ਵਿਧੀ ਸਹਿਤ ਸੰਯੁਕਤ ਇਸ ਨੂੰ ਜਾਣ ਕੇ ਹੋਏ ਨਿਰਸ਼ੰਕ ਬਨੇ ਸੋ ਭੁਗਤਾ, ਉਹ ਇਹਦਾ ਭੋਗਣਹਾਰਾ ਹੋ ਕੇ ਇਸ ਸਰੀਰ ਤੋਂ ਨਿਰਾਲਾ ਹੋ ਕੇ ਆਪਣੀ ਆਤਮਾ ਵਿੱਚ ਸੁਰਤ ਨੂੰ ਟਿਕਾ ਕੇ ਇਹ ਸਮਝਦਾ ਵੀ ਇਹ ਪਰਾਲਬਧ ਹੈ, ਸਾਡਾ ਸਰੀਰ ਮਿਲਿਆ, ਜਿੰਨਾ ਚਿਰ ਪਰਾਲਬਧ ਹੈ ਉਹਨਾਂ ਚਿਰ ਭੋਗਣੀਆਂ, ਭੋਗਣ ਤੋਂ ਬਾਅਦ ਇਹਦੇ ਤੋਂ ਵੱਖਰਾ ਹੋ ਜਾਣਾ। ਸੋ ਸਾਕ ਲਖੋ ਉਰਮਾਈ, ਮਹਾਰਾਜ ਜੀ ਕਹਿੰਦੇ ਉਹੀ ਅਸਲ ਵਿੱਚ ਸਾਗ ਕਰਕੇ ਜਾਣ ਲਓ। ਪਰਾਰ ਬੱਧ ਭੋਗੇ ਚਿਤ ਚਾਈ, ਜਿਹੜਾ ਪਰਾਲਬਧ ਨੂੰ ਭੋਗਦਾ ਹੈ ਅਮਰ ਜੇ ਅਗਿਆਨੀ ਤਿਨ ਕੇ ਕਾਰਨ, ਜਿਹੜੇ ਅਮਰ ਦਾ ਮਤਲਬ ਹੁੰਦਾ ਦੇਵਤੇ ਆਦਿਕ ਦੇਵ, ਜਿਹੜੇ ਗਿਆਨੀ ਉਹਨਾਂ ਵਾਸਤੇ ਗੈਂਡੇ ਅਸ ਆਦਿਕ ਪਸ਼ੂ ਮਾਰਨ, ਉਹਨਾਂ ਵਾਸਤੇ ਗੈਂਡੇ ਜਾਂ ਘੋੜੇ ਜਾਂ ਹੋਰ ਪਸ਼ੂਆਂ ਨੂੰ ਮਾਰ ਕੇ ਬਲੀ ਦਿੰਦੇ ਹਨ। ਸੋ ਆਤਮ ਕੋ ਲਕੇ ਅਕਰਤੂ, ਉਹ ਆਤਮਾ ਨੂੰ ਅਕਰਤਾ ਕਰਕੇ ਜਾਣਦੇ ਨੇ। ਆਤਮਾ ਕੁਝ ਨਹੀਂ ਕਰਦੀ, ਆਤਮਾ ਨਾ ਕਿਸੇ ਦਾ ਨਾਸ਼ ਕਰਦੀ ਹੈ, ਆਤਮਾ ਨਾ ਕਿਸੇ ਦਾ ਵਧ ਕਰਦੀ ਹੈ। ਸਦਾ ਅਭੁਗਤਾ ਚਿਤ ਇਉ ਤਰਤੂ, ਉਹ ਆਤਮਾ ਸਦਾ ਹੀ ਅਭੁਗਤਾ ਹੈ। ਏਦਾਂ ਗਿਆਨਵਾਨ ਗਿਆਨੀ ਆਪਣੇ ਹਿਰਦੇ ਵਿੱਚ ਉਹਦੀ ਬਿਰਤੀ ਧਾਰਦੇ ਹਨ। ਓਗਨ ਧਰਮ ਪ੍ਰਾਣ ਕੋ ਜਾਨੋ, ਉਹ ਕਹਿੰਦੇ ਜਿਹੜਾ ਭੋਗਣਾ ਹੈ ਸੰਸਾਰ ਦੇ ਭੋਗਾਂ ਨੂੰ ਇਹ ਪ੍ਰਾਣ ਭੋਗਦੇ ਹਨ। ਕਰਨੋ ਧਰਮ ਰਖੀਕ ਪਛਾਨੋ, ਔਰ ਇੰਦਰੀਆਂ ਦਾ ਧਰਮ ਹੈ ਕਿਰਤ ਕਰਨੀ। ਲਖਨੋ ਧਰਮ ਜੋ ਮਨ ਕੋ ਹੋਈ, ਜਿਹੜਾ ਕਿਸੇ ਨੂੰ ਜਾਣਨਾ ਇਹ ਮਨ ਦਾ ਧਰਮ ਹੈ। ਇਸ ਪ੍ਰਕਾਰ ਸਮਝਤੇ ਸੋਈ, ਗਿਆਨਵਾਨ ਇਸ ਤਰ੍ਹਾਂ ਆਪਣੇ ਮਨ 'ਚ ਸਮਝਦੇ ਹਨ। ਪ੍ਰਾਰ ਬੱਧ ਲਖ ਭੋਗੇ ਜੋ, ਉਹ ਪਰਾਲਬਧ ਸਮਝ ਕੇ ਸਰੀਰ ਨੂੰ ਭੋਗਦੇ ਹਨ। ਪੁੰਨ ਪਾਪ ਮੈਂ ਲਿਪੇ ਨ ਸੋ, ਕਿਸੇ ਪਾਪ ਤੇ ਪੁੰਨ ਵਿੱਚ ਲਿਪਾਏਮਾਨ ਨਹੀਂ ਹੁੰਦੇ। ਅਰ ਜੇ ਹੈ ਮੂਰਖ ਅਗਿਆਨੀ, ਪਰ ਜਿਹੜੇ ਮੂਰਖ ਤੇ ਅਗਿਆਨੀ ਲੋਕ ਹਨ ਦੰਭ ਵੈਸ਼ਨੋ ਜਿਉ ਬਿਦ ਠਾਨੀ, ਉਹ ਪਖੰਡ ਕਰਦੇ ਜੀ ਅਸੀਂ ਵੈਸ਼ਨੂ ਹਾਂ। ਮਾਸ ਪਿਕੇ ਦਿਨ ਨਾਕ ਦਬਾਵੇ, ਦਿਨ ਵੇਲੇ ਮਾਸ ਵੇਖ ਕੇ ਨੱਕ ਦਬਦੇ ਨੇ, ਨੱਕ ਘੁੱਟਦੇ ਨੇ। ਨਿਸਪਰਤੀਏ ਸੋ ਕੇਲ ਕਮਾਵੇ, ਤੇ ਰਾਤ ਸਮੇਂ ਪਰ ਇਸਤਰੀਆਂ ਭੋਗਦੇ ਨੇ, ਉਦੋਂ ਨਹੀਂ ਉਹਨਾਂ ਦੇ ਮਨ 'ਚ ਵਿਕਾਰ, ਉਦੋਂ ਨਹੀਂ ਇਹ ਬਿਰਤੀ ਆਉਂਦੀ ਵੀ ਇਹ ਵੀ ਮਾਸ ਹੈ। ਦਿਨ ਸਮੇਂ ਪਖੰਡ ਕਰਦੇ ਆ, ਰਾਤ ਦੇ ਹਨੇਰਿਆਂ 'ਚ ਪਾਪ ਕਮਾਉਂਦੇ, ਪਰ ਇਸਤਰੀਆਂ ਭੋਗਦੇ ਹਨ। ਇਹੋ ਜਿਹੇ ਮਹਾਮੂਰਖ ਲੋਕ ਦੇ ਸੰਸਾਰ ਵਿੱਚ ਲੋਚਨ ਸੁਮਤ ਹਿਰਦੇ ਜਿਸ ਨਾਈ, ਜਿਨ੍ਹਾਂ ਕੋਲ ਸੁਮਤ ਰੂਪੀ ਨੇਤਰ ਨਹੀਂ ਹਨ। ਵਿਸ਼ੇ ਬਾਸ਼ਨਾ ਅੰਧ ਕਮਾਈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਅੰਧੇ ਪਾਪ ਹੀ ਕਰਮ ਕਮਾਉਂਦੇ ਨੇ। ਵਹਿਰ ਮਾਸ ਕੋ ਜਾਣੇ ਮੰਦਾ, ਬਾਹਰ ਦੇ ਮਾਸ ਨੂੰ ਮੰਦਾ ਕਹਿੰਦੇ ਹਨ। ਛਪ ਕਰ ਭੋਗੇ ਹੋਏ ਦੁੱਖ ਦੁੰਦਾ, ਜਿਹੜਾ ਮਾੜੇ ਭੈੜੇ ਕਰਮ ਛੁਪ ਕੇ ਭੋਗਦੇ ਆ ਉਹਨਾਂ ਨੂੰ ਚੰਗਾ ਕਹਿੰਦੇ ਹਨ। ਜਿਨ ਨਰ ਅਗਿਆਨੀ
ਦੁਖ ਤਾਰਾ ਇਹ ਅਗਿਆਨੀ ਪੁਰਸ਼ਾਂ ਦੀ ਬਾਣ ਹੈ। ਪਾਪ ਸਹਿਤ ਸੇ ਕਰੇ ਆਹਾਰਾ ਉਹ ਪਾਪ ਸਹਿਤ ਭੋਜਨ ਕਰਦੇ ਹਨ। ਜੇ ਗਿਆਨੀ ਤਨ ਹੰਤ ਨਸਾਇਤ ਜਿਹੜੇ ਗਿਆਨਵਾਨ ਨੇ ਉਹਨਾਂ ਨੇ ਆਪਣੇ ਤਨ ਦੀ ਹੰਤਾ ਦੂਰ ਕਰ ਦਿੱਤੀ ਹੈ। ਆਏ ਆਹਾਰ ਜੋ ਸਹਿਜ ਸੁਭਾਇਤ ਉਹਨਾਂ ਨੂੰ ਸੁਤੇ ਸਿੱਧ ਜੋ ਭੋਜਨ ਮਿਲ ਜਾਏ, ਪ੍ਰਾਪਤ ਹੋ ਜਾਏ, ਉਹਨੂੰ ਛਕ ਲੈਂਦੇ, ਪਰ ਉਸ ਭੋਜਨ ਵਿੱਚ ਮਮਤਾ ਬਿਰਤੀ ਨਹੀਂ ਰੱਖਦੇ। ਤੁਸੀਂ ਕੋਈ ਭੋਜਨ ਛਕ ਕੇ ਜਦੋਂ ਉਹਦੇ ਤੇ ਰਸ ਲੈਣ ਵਾਸਤੇ ਭੋਜਨ ਛਕਦੇ ਹੋ, ਬੰਧਨ ਬਣਦਾ ਹੈ। ਪਰ ਜਦੋਂ ਭੋਜਨ ਸੁਤੇ ਸਿੱਧ ਜੋ ਮਿਲ ਜਾਏ ਔਰ ਉਸ ਭੋਜਨ ਤੇ ਮਮਤਾ ਬਿਰਤੀ ਜਾਂ ਰਸ ਲੈਣ ਵਾਸਤੇ ਨਹੀਂ, ਇਸ ਲਈ ਕਿ ਕੇਵਲ ਸਰੀਰ ਦਾ ਨਿਰਵਾਹ ਕਰਨਾ, ਫਿਰ ਉਹ ਭੋਜਨ ਬੰਧਨ ਦਾ ਕਾਰਨ ਨਹੀਂ ਬਣਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਉਹ ਜਿਹੜਾ ਮਾਸ ਰਿੰਨਿਆ ਜਾ ਰਿਹਾ ਸੀ ਗਾਗਰ ਦੇ ਵਿੱਚ ਪਿਆ ਹੋਇਆ ਮਿੱਟੀ ਦੇ ਦੇਗੇ ਵਿੱਚ, ਜਦੋਂ ਪਾਤਸ਼ਾਹ ਨੇ ਆਖਿਆ ਵੀ ਵੇਖੋ ਖੋਲ ਕੇ ਇਹਦੇ ਚ ਕੀ ਹੈ, ਤਾਂ ਕੀ ਵੇਖਦੇ ਆ, ਉਹਦੇ ਚ ਖੀਰ ਪਈ ਰਿੰਨੀ ਜਾਂਦੀ ਸੀ। ਸਤਿ ਸ੍ਰੀ ਅਕਾਲ। ਇਹਨਾਂ ਸਾਰਿਆਂ ਨੇ ਵੇਖ ਕੇ ਅਚਰਜ ਹੋਏ, ਹੈਰਾਨ ਹੋਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਬਾਬਾ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ 5-4 ਦਿਨਾਂ ਵਾਸਤੇ ਦਾਸ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਯਾਤਰਾ ਤੇ ਜਾ ਰਿਹਾ ਹੈ। ਅਰਦਾਸ ਕਰਨੀ ਸਤਿਗੁਰੂ ਜੀ ਯਾਤਰਾ ਸਫਲੀ ਕਰਨ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਗਨਾਸ ਹੈ ਪੁਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਪੀਓ ਅਣਹਾਰ ਹੈ ਸੰਤ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਲੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਲੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਨਕ